ਕੀਰਤਨ ਸਰਵਣ ਕਰ ਰਹੇ ਸੀ। ਆਓ ਅੱਜ ਦਸਵੀਂ ਦਾ ਦਿਹਾੜਾ, ਦੁਸ਼ਹਿਰੇ ਦਾ ਦਿਹਾੜਾ ਮਨਾਉਂਦੀਆਂ ਹੋਈਆਂ ਸਰਬੱਤ ਸੰਗਤਾਂ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੀਆਂ ਹਨ। ਗੁਰਮਤਿ ਅਨੁਸਾਰ ਸਤਿਗੁਰਾਂ ਨੇ, ਭਗਤਾਂ ਨੇ ਪਵਿੱਤਰ ਗੁਰਬਾਣੀ ਰਾਹੀਂ ਸਾਨੂੰ ਇਹਨਾਂ ਤਿੱਥਾਂ ਵਾਰਾਂ ਤੇ ਇਹਨਾਂ ਦਿਹਾੜਿਆਂ 'ਤੇ ਕੀ ਸੱਚ ਦਾ ਗਿਆਨ ਬਖਸ਼ਿਸ਼ ਕੀਤਾ ਹੈ। ਸਰਵਣ ਕਰਦੇ ਹਾਂ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਰਾਗ ਗੌੜੀ ਵਿੱਚ ਤਿੱਥਾਂ ਦੇ ਉੱਪਰ ਏਕੋਂ ਤੋਂ ਲੈ ਕੇ 10ਵੀਂ ਤਿਥ ਤੱਕ ਕਬੀਰ ਸਾਹਿਬ ਜੀ ਕੀ ਗਿਆਨ ਕਰਦੇ ਹਨ। ਬਖਸ਼ਿਸ਼ ਸਾਨੂੰ ਇਸ ਸ਼ਬਦ ਦੀ ਵਿਚਾਰ ਰਾਹੀਂ ਆਪਾਂ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਥਿਤੀ ਕਬੀਰ ਜੀ ਕੀ ਸਲੋਕ। 15 ਥਿਤੀ 7 ਵਾਰ ਕਹਿ ਕਬੀਰ ਔਰ ਵਾਰ ਨ ਪਾਰ। ਸਾਧਕ ਸਿੱਧ ਲਖੈ ਜੋ ਭਿਓ, ਆਪੇ ਕਰਤਾ ਆਪੇ ਦਿਓ। ਥਿਤੀ ਅਮਾਵਸ ਮਹਿ ਆਸ ਨਿਵਾਰੋ, ਅੰਤਰ ਜਾਮੀ ਰਾਮ ਸਮਹਾਰੋ। ਜੀਵਤ ਪਾਵੋ ਮੋਖ ਦੁਆਰ, ਅਨਪਉ ਸ਼ਬਦ ਤਤ ਨਿਜ ਸਾਰ। ਜੀਵਤ ਪਾਵੋ ਮੋਖ ਦੁਆਰ, ਅਨਪਉ ਸ਼ਬਦ ਤਤ ਨਿਜ ਸਾਰ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਰਾਗ ਗੌੜੀ ਵਿੱਚ ਉਚਾਰਨ ਕੀਤਾ ਹੈ। ਕਿਸ ਤਰ੍ਹਾਂ ਇਹਨਾਂ ਤਿੱਥਾਂ ਦੀ ਤਰ੍ਹਾਂ ਹੀ ਇਹ ਜੀਵ ਇੱਕ ਪਰਮੇਸ਼ਰ ਤੋਂ ਵਿਛੜ ਕੇ ਦੁਨੀਆ ਵਿੱਚ ਆਇਆ ਔਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਇਹਨਾਂ ਟੇਢੀਆਂ ਜੂਨਾਂ ਵਿੱਚੋਂ ਲੰਘਦਾ ਹੋਇਆ ਪਾਤਸ਼ਾਹ ਜੀ ਕਹਿੰਦੇ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਬੇ ਸਮੇਂ ਬਾਅਦ ਤੈਨੂੰ ਮਨੁੱਖ ਜਾਮਾ ਪ੍ਰਾਪਤ ਹੋਇਆ ਪਰਮੇਸ਼ਰ ਨੂੰ ਮਿਲਣ ਵਾਸਤੇ। ਤੇ ਇਸ ਵਿਛੜੀ ਹੋਈ ਜੀਵ ਆਤਮਾ ਨੂੰ ਦੁਬਾਰਾ ਪਰਮਾਤਮਾ ਨਾਲ ਕਿਵੇਂ ਮਿਲਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਗੁਰੂ ਪਿਆਰਿਓ, ਭਾਵੇਂ ਕਿ ਸੰਸਾਰੀ ਤੌਰ 'ਤੇ ਅੱਜ ਸੰਸਾਰ ਦੁਸ਼ਹਿਰੇ ਨੂੰ ਮਨਾਉਂਦੇ ਹੋਏ ਕੁਝ ਕਾਗਜ਼ਾਂ ਦੇ ਬਣਾ ਕਰਕੇ ਪੁਤਲੇ ਵੀ ਸਾੜਦੇ ਆ ਔਰ ਉਹ ਕਹਾਣੀ ਜਿਹੜੀ ਹੈ ਇੱਕ ਸੰਸਾਰੀ ਤੌਰ 'ਤੇ ਇੱਕ ਇਸਤਰੀ ਦੇ ਆਪਣੇ ਪਤੀ ਤੋਂ ਵਿਛੜ ਕੇ ਭਟਕਣ ਦੀ ਅਤੇ ਦੁਬਾਰਾ ਉਸ ਨੂੰ ਕਿਸ ਤਰ੍ਹਾਂ ਮਿਲਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਜੀਵ ਆਤਮਾ ਹੈ, ਜੀਵ ਇਸਤਰੀ ਹੈ, ਮਾਨੋ ਇਹ ਉਹ ਪਰਮੇਸ਼ਰ ਦੀ ਅੰਸ਼ ਔਰ ਸ਼ਬਦ ਜਿਹੜਾ ਹੈ ਇਹ ਮਾਨੋ ਪਰਮੇਸ਼ਰ ਦਾ ਸਰੂਪ। ਦੂਸਰਾ ਸ਼ਬਦ ਅਤੇ ਸੁਰ ਦੇ ਨਾਲ ਮਿਲ ਕਰਕੇ ਇਹ ਦੁਆਰਾ ਸਾਡੀ ਜੀਵ ਆਤਮਾ ਕਿਵੇਂ ਪਰਮੇਸ਼ਰ ਨਾਲ ਮਿਲੇ, ਇਹ ਆਪਾਂ ਇਹਨਾਂ ਤਿੱਥਾਂ ਦੇ ਵਿੱਚੋਂ ਸਰਵਣ ਕਰਦੇ ਹਾਂ। ਲਗਭਗ ਹਰ ਮਹੀਨੇ ਹੀ ਸੰਸਾਰ ਜਿਹੜਾ ਹੈ ਮੱਸਿਆ, ਦਸਵੀਂ, ਸੰਗਰਾਂਦ ਆਦਿ ਇਹਨਾਂ ਤਿੱਥਾਂ ਨੂੰ ਮਨਾਉਂਦਾ ਹੈ। ਪਰ ਭਗਤ ਜੀ ਨੇ ਇਹਨਾਂ ਤਿੱਥਾਂ ਦੇ ਰਾਹੀਂ ਸਾਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਹੈ ਕਿ ਇਹ ਤਿੱਥਾਂ ਕਹਿੰਦੀਆਂ ਕੀ ਆ। ਜਿਸ ਤਰ੍ਹਾਂ ਮੱਸਿਆ ਤੋਂ ਗੱਲ ਸ਼ੁਰੂ ਕਰੀਏ ਤੇ ਮੱਸਿਆ ਦੇ ਵਿੱਚ ਅਗਿਆਨਤਾ ਦਾ ਹਨੇਰਾ ਹੁੰਦਾ।
ਵੈਸੇ ਉਹ ਮੱਸਿਆ ਜਿਹੜੀ ਹੈ, ਰਾਤ ਦਾ ਹਨੇਰਾ ਹੁੰਦਾ, ਰਾਤ ਨੂੰ ਚੰਦਰਮਾ ਨਹੀਂ ਹੁੰਦਾ, ਘੁੱਪ ਹਨੇਰਾ ਹੁੰਦਾ। ਉਸੇ ਤਰ੍ਹਾਂ ਹੀ ਇਹ ਜੀਵ ਦਾ ਜਦੋਂ ਦੁਨੀਆ ਵਿੱਚ ਆਉਣਾ ਹੋਇਆ ਤੇ ਇਹ ਵੀ ਉਸੇ ਤਰ੍ਹਾਂ ਅਗਿਆਨਤਾ ਦੇ ਹਨੇਰੇ ਵਿੱਚ ਫਸ ਗਿਆ ਔਰ ਵਾਪਸ ਆਪਣੇ ਘਰ ਦਾ ਜਾਣ ਦਾ ਰਸਤਾ ਹੀ ਭੁੱਲ ਗਿਆ। ਔਰ ਇਸ ਤਰ੍ਹਾਂ ਇਸ ਦੀ ਭਟਕਣਾ ਜਿਹੜੀ ਹੈ ਉੱਥੋਂ ਸ਼ੁਰੂ ਹੋਈ। ਹੌਲੀ ਹੌਲੀ ਚੱਲਦੇ ਚੱਲਦੇ ਇਹ ਜੀਵ ਨੂੰ ਗਿਆਨ ਹੁੰਦਾ ਹੈ ਤੇ ਇੱਕ ਦਿਨ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਬਖਸ਼ਿਸ਼ ਕਰਦਾ ਹੈ, ਇਹ ਜੀਵ ਨੂੰ ਆਪਣੇ ਨਾਲ ਮਿਲਣ ਦਾ ਸਮਾਂ ਬਖਸ਼ਦਾ ਹੈ, ਗਿਆਨ ਵੀ ਦਿੰਦਾ ਹੈ, ਸਮਾਂ ਵੀ ਦਿੰਦਾ ਹੈ ਤੇ ਮਾਰਗ ਦਰਸ਼ਨ ਕਰਨ ਵਾਲੇ ਗੁਰੂ ਨਾਲ ਵੀ ਮਿਲਾਉਂਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਖੈਰ ਆਪਾਂ ਕਬੀਰ ਸਾਹਿਬ ਜੀ ਦਾ ਸ਼ਬਦ ਸ਼ੁਰੂ ਕਰੀਏ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰਮੇਸ਼ਰ ਇੱਕ ਹੈ, ਉਹ ਸਰਬ ਕਲਾ ਸਮਰੱਥ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ, ਉਹਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੀ ਲੋੜ ਹੈ। ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਰਾਗ ਗੌੜੀ ਹੈ। ਥਿੱਤੀ ਭਾਵ 15 ਥਿੱਤਾਂ ਤੇ ਗੱਲ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਨੇ। ਕਬੀਰ ਜੀ ਕੀ ਬਾਣੀ ਸ਼ਲੋਕ 15 ਥਿੱਤੀ 7 ਵਾਰ, ਇੱਕ ਤੋਂ ਲੈ ਕੇ 15 ਦਿਨਾਂ ਦੇ ਵਿੱਚ, 15 ਤਿੱਥਾਂ ਦੇ ਵਿੱਚ, 7 ਵਾਰਾਂ ਦੇ ਵਿੱਚ ਇਹ ਜੀਵ ਇਸੇ ਤਰ੍ਹਾਂ ਹੀ ਚੱਕਰ 'ਚ ਪਿਆ ਰਹਿੰਦਾ। ਇਹ ਚੱਕਰ ਚੱਲਦਾ ਰਹਿੰਦਾ। ਇਹ ਵਾਰ-ਵਾਰ ਆਉਂਦੇ ਜਾਂਦੇ ਰਹਿੰਦੇ ਆ, ਤਿੱਥਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ, 7 ਵਾਰ ਵੀ ਚੱਕਰ ਦੇ ਨਾਲ ਚੱਲਦੇ ਰਹਿੰਦੇ ਆ। ਕੋਈ ਅੰਤ ਨਹੀਂ ਹੈ, ਮੁੱਕਦੇ ਹੀ ਨਹੀਂ। ਜਿਸ ਤਰ੍ਹਾਂ ਕੋਹਲੂ ਦੇ ਬਲਦ ਦਾ ਚੱਕਰ ਮੁੱਕਦਾ ਹੀ ਨਹੀਂ। ਕੋਹਲੂ ਨੂੰ ਜੋੜਿਆ ਹੋਇਆ ਬਲਦ ਜਿਵੇਂ ਚੱਕਰ ਦੇ ਨਾਲ ਘੁੰਮਦਾ ਰਹਿੰਦਾ ਸੀ, ਸੁਬਾਹ ਤੋਂ ਸ਼ਾਮ ਤੱਕ ਉਹਦੇ ਚੱਕਰ ਨਹੀਂ ਖਤਮ ਹੁੰਦੇ। ਇਸੇ ਤਰ੍ਹਾਂ ਇਹਨਾਂ ਤਿੱਥਾਂ ਵਾਰਾਂ ਦਾ ਤਾਂ ਕੋਈ ਅੰਤ ਨਹੀਂ ਹੈ। ਕਹੈ ਕਬੀਰ ਔਰ ਵਾਰ ਨਾ ਪਾਰ। ਜੇ ਕੋਈ ਇਹਨਾਂ ਦੇ ਨਾਲ ਜੁੜ ਕੇ ਹੀ ਸੋਚਣਾ ਚਾਹੇ ਕਿ ਮੈਂ ਪਰਮੇਸ਼ਰ ਨੂੰ ਮਿਲ ਲਵਾਂਗਾ ਤਾਂ ਮੁਸ਼ਕਲ ਹੈ। ਫਿਰ ਕੀ ਕਰੀਏ? ਭਗਤ ਜੀ ਨੂੰ ਪੁੱਛਿਆ, ਕਹਿੰਦੇ ਜਿਨ੍ਹਾਂ ਨੇ ਇਸ ਭੇਤ ਨੂੰ ਜਾਣਨਾ ਕੀਤਾ, ਸਾਧਕ ਸਿੱਧ ਲਖੈ ਜੋ ਭੇਓ। ਸਾਧਕ ਸਾਧਨਾ ਕਰਨ ਵਾਲੇ, ਸਿੱਧ ਸਾਧਨਾ ਕਰਕੇ ਗਿਆਨ ਪ੍ਰਾਪਤ ਕਰਨ ਵਾਲਿਆਂ ਨੇ, ਸਾਧਨਾ ਕਰਨ ਵਾਲਿਆਂ ਨੇ ਪਰਮੇਸ਼ਰ ਨੂੰ ਮਿਲਣ ਦਾ ਜਿਨ੍ਹਾਂ ਨੇ ਉਦਮ ਕੀਤਾ, ਮੈਂ ਉਹਨਾਂ ਦੀ ਗੱਲ ਕਰਦਾ। ਸਾਧਨਾ ਦੁਨੀਆ ਬੜੇ ਤਰ੍ਹਾਂ ਦੀ ਕਰਦੀ ਹੈ, ਧੂਣੀਆਂ ਤਾਪਣੀਆਂ, ਜਲ ਧਾਰੇ ਕਰਨੇ ਆਦਿ ਆਦਿ, ਕੋਈ ਅੰਤ ਨਹੀਂ ਹੈ। ਪਰ ਇੱਥੇ ਸਾਧਕ ਦਾ ਮਤਲਬ ਹੈ ਜਿਸ ਨੇ ਪਰਮੇਸ਼ਰ ਨੂੰ ਮਿਲਣ ਲਈ ਉਦਮ ਕੀਤਾ। ਉਦਮ ਕਰੇਂਦਿਆਂ ਜੀਓ ਤੋਂ ਕਮਾਉਂਦਿਆਂ ਸੁੱਖ ਪਹੁੰਚ, ਧਿਆਇਂਦਿਆਂ ਤੋਂ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿਨ੍ਹਾਂ ਨੇ ਪਰਮੇਸ਼ਰ ਨੂੰ ਮਿਲਣ ਦਾ ਉਦਮ ਕੀਤਾ ਉਹਨਾਂ ਦੀ ਗੱਲ ਹੈ ਸਾਧਕ, ਸਾਧਨਾ ਕਰਨ ਵਾਲਿਆਂ ਨੇ। ਸਿੱਧ ਜਿਨ੍ਹਾਂ ਨੇ ਉਹ ਸ਼ਕਤੀਆਂ ਰਿੱਧੀਆਂ ਸਿੱਧੀਆਂ ਆਦਿ ਜਾਂ ਗਿਆਨ ਪ੍ਰਾਪਤ ਕੀਤਾ। ਲਖੈ ਜੋ ਭੇਓ, ਜਿਹੜਾ ਉਹਨਾਂ ਨੇ ਭੇਤ ਜਾਣਿਆ ਤਾਂ ਉਹਨਾਂ ਨੇ ਇਹ ਦੱਸਿਆ, ਆਪੇ ਕਰਤਾ ਆਪੇ ਦਿਓ। ਭਾਵ ਮਨੁੱਖ ਦਾ ਭੁਲੇਖਾ ਹੀ ਕੱਢ ਦਿੱਤਾ। ਦਿਓ ਹੁੰਦਾ ਦੇਵਤਾ ਅਤੇ ਕਰਤਾ ਹੈ ਪਰਮੇਸ਼ਰ, ਅਤੇ ਦੇਵਤਾ ਸਾਡੀ ਆਤਮਾ। ਭਾਵ ਉਹ ਪਰਮੇਸ਼ਰ ਆਪ ਹੀ ਕਰਤਾ ਪੁਰਖ ਹੈ, ਆਪ ਹੀ ਸ੍ਰਿਸ਼ਟੀ ਵਿੱਚ ਆਤਮਾ ਕਰਕੇ ਖੇਡਾਂ ਕਰ ਰਿਹਾ। ਜਿਵੇਂ ਬਾਬੇ ਨਾਨਕ ਜੀ ਦਾ ਬਚਨ ਹੈ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਨਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਬਣਜਾਰਾ। ਅੰਧਲਾ ਨੀਚ ਜਾਟ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ। ਭਾਵ ਇਹ ਖੁਦ ਹੀ ਪਰਮੇਸ਼ਰ ਦੀ ਅੰਸ਼ ਹੈ, ਪਰ ਆਪਣੀ ਅਸਲੀਅਤ ਨੂੰ ਭੁੱਲ ਕੇ ਆਪਣੇ ਆਪ ਨੂੰ ਕੁਝ ਹੋਰ ਸਮਝ ਲਿਆ ਅਤੇ ਪਰਮੇਸ਼ਰ ਨੂੰ ਕੁਝ ਹੋਰ ਸਮਝ ਲਿਆ। ਇਸੇ ਕਰਕੇ ਇਹਦੀ ਭਟਕਣਾ ਹੈ।
ਜਿਨ੍ਹਾਂ ਨੂੰ ਗਿਆਨ ਹੋ ਗਿਆ ਸਾਧਨਾ ਕਰਨ ਵਾਲਿਆਂ ਨੂੰ, ਉਹਨਾਂ ਨੇ ਦੱਸਿਆ ਵੀ ਇਹ ਆਪ ਹੀ ਪਰਮੇਸ਼ਰ ਹੈ, खुद ही परमेश्वर सी, खुद ही खुदा है। पर एक ऐसा भुलेखा पै गया, अपनी असलीयत नूं भुल गया। सतगुरु पातशाह भगत कबीर साहब जी कहते, जिन्हां ने जानिया उन्हां ने दसिया, आपे करता आपे देव। ये आप ही परमात्मा है, आप ही आत्मा है। जिन्हां ने इस गल नूं जानिया ते उन्हां दा फिर अगला स्वरूप की होया। बाणी विच किन्ना खोल के लिखिया, पर असी कोशिश ही नहीं की जानन दी। की दसिया प्रीतम ने, हर का सेवक सो हर जेहा, भेद न जानो मानस देहा। ये हरि दा सेवक हरि दा रूप ही हो जाता। तुसी मनुख शरीर करके कोई फर्क ना समझो, ठीक है। जिन्ना समा नहीं ज्ञान होया उन्ना चिर इन्हूं इउं लगदा मैं होर हाँ, रब होर है। पर नहीं, बंदे खोज दिल हर रोज ना फिर परेशानी माहे। ये दुनिया होर है, तू खुद अपने आपे की खोज कर, अपने दिल नूं खोज। तेरे दिल विच की आ? तेरे दिल विच तू आ। इस करके अपने आपे की खोज करो। वो खोज करन वास्ते सानू साडे दिमाग तो जिहड़ा अज्ञानता दा पर्दा पिया वो लाउणा पैना। ते लाउण वास्ते सानू की करना पैना? शुरुआत कित्थों होनी आ? ये अज्ञानता दा पर्दा किवें लथना? कबीर साहब जी पहली तिथ राही शुरू करते न, थिति अमावस मह आस निवारो। मस्या अज्ञानता, हनेरा। किसे वेले तां ये ना लाइट सी, ना अग सी, हनेरा ही हनेरा सी, ना बिजली सी, कुछ भी नहीं सी। और मनुख रात के हनेरे विच बड़ा दुखी हुंदा सी। और इस तरह हनेरे विच जो डर जांदा सी, भटक जांदा सी। ते एक दिन हनेरे विच उस जंगल नूं अग लगी, ते अग पैदा हुई, ते चानण हो गया। ते मनुख ने सोचिया शायद ये कोई देवता साडी मदद वास्ते आ गया। उथों भारत विच अग की पूजा शुरू हो गई, क्योंकि अग का यह फायदा होया मनुख नूं। बई अग के कारण जंगली जानवर शेर वगैरे जिहड़े मनुख नूं खा जांदे सी, वो डर के दूर भज्जण लगे। वो तो है संसारी तौर की लाइट प्रकाश, पर मनुख के दिमाग विच अज्ञानता जिहड़ा पड़दा सी, उस नूं दूर करन वास्ते की करिए। जिस तरह काम चलते चलते रात नूं मानो प्रशादा छकदे छकदे कोई काम चल रहा, एकदम अजकल के समय मुताबक लाइट चली जाए, हनेरा हो जाता, एकदम सारे काम खड़ जाते हैं। और असी की करते हैं फिर? लाइट की उड़ीक करते हैं, चाहे लाइट आवे तो चाहे कोई चक के माचिस मोमबत्ती दीवा जगा देवे, बैटरी जगा देवे, टार्च जगा देवे। भाव लाइट की लोड़ है, इस तरह प्रकाश की लोड़ है, इस तरह ही ब्रह्म ज्ञान की भी लोड़ है। मनुख नूं जिहड़ा दिमाग ते पड़दा पिया वो गुरु के ज्ञान राही लथना। अमावस मह आस निवारो, भाव बाकी सब आसां छड्ड के, जिवें मनुख लाइट नूं उड़ीकदा है, इस तरह ही बाकी सब आसां छड्ड के एक परमेश्वर ते आस रखीए। जगजीवन पुरख त्याग कै होया इहदी उल्टा है। बंदे ने उस ते आस रखण दी बजाए संसार ते आस रखी हुई है। जगजीवन पुरख त्याग कै मानस संधी आस, दोऐ भाए बगुची है, गल पई सो जम की फास। पर पातशाह कहंदे अमावस में आस निवारो। जिवें हनेरे दे विच लाइट नूं उड़ीकदे आ, इसे तरह ही सारियां आसां पूरियां करन वाले परमेश्वर ते आस रखिए। बाकी आसां छड्ड के अंतरजामी राम संभारो। अंतरजामी जिहड़ा साडे हिरदे दीआं नूं गल्लां नूं जाणदा है, जिहड़ा साडे दुखां नूं जाणदा है। अंतरजामी साडे अंदर ते बाहर दा जो जानकार परमेश्वर है, राम परमेश्वर। राम संभारो, उस राम नूं याद करो। वो राम च भी फर्क है।
एक रामचंद्र होया जो त्रेते युग का राजा होया, एक राम परमेश्वर है। तो असी उस राम की गल करते हैं। कबीर साहब जी कहते संसार दे विच भी अज का दिन है जिहड़ा राम तो विछड़ी सीता नूं मिलाउण वास्ते इंतजाम किया जाता। वो सारी कहानी सारी स्टोरी उस तरह की आ। सीता विछड़ गई, राम तो उन्होंने मिलाउण वास्ते हनुमान भजदा, लभ के लियाउंदा, उन्हां नूं मिलाउंदा। इस तरह ही साडी आत्मा जिहड़ी है वो विछड़ी हुई है परमेश्वर रूपी राम तो। ते हनुमान का एक दूसरा नाम है पवन पुत्र। ते इत्थे गुरमत अनुसार है ओह मिलाउण वाला शब्द। शब्द जिहड़ा है परमेश्वर दे नाल साडी आत्मा नूं विछड़ी हुई नूं मिला सकदा है। शब्द गुर पीरा गहर गंभीरा बिन शब्दे जग बौरान। इसे करके शब्द गुरु है। शब्द जिहड़ा है साडे दोनां दे विचाले है। सानू भुलियां होयां नूं शब्द ज्ञान दे के वापस अपने घरे मिलाउंदा। इस करके पातशाह कहंदे अंतरजामी ओ राम, एक राम दशरथ का बेटा, एक राम घट घट मैं लेटा, एक राम का सगल पसारा, एक राम तीनों ते न्यारा। ये वो चौथे राम की गल कीती है गुरबाणी ने। भावें कि इन्हां संसारी के तौर पर जिहड़े अवतार होए उन्हां दीयां गल्लां उन्हां दे मुताबक भी कीतियां, पर ज़्यादातर परमेश्वर रूपी राम की गल हुई है। तो पातशाह जी कहते उस राम नूं याद करिए जो रमिया होया सारियां दे विच। ते उस रमे हुए नूं याद करन वास्ते सानू जंगलों में जाण की लोड़ नहीं, अपने अंदर बैठ के उसनूं चिंतन करन की लोड़ है। सुरत नूं इकट्ठी करके उस सुरत नूं शब्द नाल जोड़न की लोड़ है। मेरे प्रीतम जी कहते अंतरजामी राम संहारो, जीवत पावो मोख द्वार। बहुते धर्म के पैरोकारां ने, स्वार्थी लोगों ने मनुख नूं मुक्ति मुक्ति की गल करके मनुख का बड़ा शोषण किया। तो गुरबाणी कहती तुसी जिउंदे ही मुक्त हो जाओगे, बस अपने अंदर चले जाओ, चिंतन करो उस अंदर बैठे परमेश्वर रूपी राम का, जो राम तीनों से न्यारा। भा पहला राम एक रामचंद्र होया दशरथ का पुत्र, और दूसरा राम जिहड़ा है घट घट मैं लेटा सारियां दे विच रमिया होया परमेश्वर आत्मा रूप जिहड़ा है। ते तीसरा इन्हां सारियां नूं जानन वाला ते सारियां नूं चलाउण वाला चौथा राम, एक राम तीनों ते न्यारा। उस दी गल करदे आ चौथे राम दी, जिहड़ा कि हुक्म ही हुक्म चलाए राहो दुनिया नूं चला रहा है। उस राम दी गल है यह। अंतरजामी राम संहारो, जीवत पावो मोख द्वार। तुसी जिउंदे मुक्त हो जाओगे। आ संसार ने बड़ी मुक्ति की गल की, ते बंधन की है फिर जी जो मुक्ति करनी आ? बंधन है भरम भुलेखे, बंधन है अज्ञानता। ते जब गुरु ने कृपा की ज्ञान होया ते बंधन टुटे ते मुक्त हो गया। संसार नूं गुरु प्यारिओ इस तरह दीयां गल्लां कर करके कुछ स्वार्थी लोकां ने अपने आप नूं धर्म दे मुखी कह के संसार नूं मुक्ति मुक्ति का बड़ा जोर पाया। भगत नामदेव जी कहते परमेश्वर मुए हुए जो मुक्त देओगे मुक्त न जाने कोयला ए पंडिया मोको ढेड़ कहते तेरी पैज पछाउंडी होयला। इन्हां ब्राह्मणों ने मैनू मंदिर दे विचों बाहर कढ़ दिता। ये भी तो एक बंधन है ना। हस्त खेलत तेरे देहरे आया, भगत करत नामा पकर उठाया। हीनड़ी जात मेरी याद मराया, वो यादमां दे मालका। मेरी इन्नी माड़ी जात सी ते शीपे के जन्म काहे को आया। फिर मैनू क्यों छीमा बनाया। जे मैनू तू इस भगत जन्म दे विच भगती दिती ते फिर क्यों दिती, जे दिती तो फिर हुण गल कर। हस्त खेलत तेरे देहरे आया, भगत करत नामा पकड़ उठाया। हीनड़ी जात मेरी याद मराया, छीपे के जन्म काहे को आया। मैं तेरे दर दे उत्ते आया तेरी भगती करन वास्ते, प्रेम करन वास्ते, ते मैनू बाहों फड़ के मंदिर चों बाहर कढ़ता। ये भी तो सानू बंधन पे हुए हैं, होर किहड़े बंधनां दी गल करदे हो। इस करके बंधन बंधन मुक्ति मुक्ति करके संसार का बड़ा शोषण किया इन्हां स्वार्थी लोकां ने, जिन्हां ने भगतां नूं शोदर कह कह के मंदिरां भी जाण तो रोकिया।
ਤੇ ਭਗਤ ਨਾਮਦੇਵ ਜੀ ਕਹਿੰਦੇ ਤੂੰ ਜੋ ਦਿਆਰ ਅਪਾਰ ਕਿਰਪਾਲ ਕਹੀ ਤੇ ਮੈਂ ਸੁਣਿਆ ਤੇਰੀਆਂ ਬੜੀਆਂ ਲੰਮੀਆਂ ਬਾਹਾਂ, ਬੜਾ ਦਿਆਲੂ ਕਿਰਪਾਲੂ ਹੈ, ਬੜੀ ਸ਼ਕਤੀ ਰੱਖਦਾ। ਅਤਪੁਜ ਭਇਓ ਅਪਾਰਲਾ, ਵੱਡੀਆਂ ਬਾਹਾਂ ਤੇਰੀਆਂ, ਬਹੁਤੀਆਂ ਬਾਹਾਂ ਵਾਲਾ ਲੱਗਦਾ ਤੂੰ। ਮੂਏ ਹੋਏ ਜੋ ਮੁਕਤ ਦਿਓਗੇ ਮੁਕਤ न ਜਾਣੇ ਕੋਈ ਨਾ, ਮਰਨ ਤੋਂ ਬਾਅਦ ਦੀ ਮੁਕਤੀ ਕਿਹਨੇ ਦੇਖੀ ਹੈ? ਅੱਜ ਤਜਰਬਾ ਦਿਖਾ ਮੈਨੂੰ, ਇੱਥੇ ਕੋਈ ਕੌਤਕ ਵਰਤਾ ਤਾਂ ਤੇ ਪਤਾ ਲੱਗੇ ਇਹਨਾਂ ਲੋਕਾਂ ਨੂੰ ਕਿ ਭਗਤੀ ਵੀ ਹੁੰਦੀ ਆ। ਕੋ ਸਤਨਾਮ ਸ੍ਰੀ। ਇਹ ਪੰਡਿਆ ਮੋਕੋ ਢੇਡ ਕਹਿਤਾ ਤੇਰੀ ਪੈਜ ਪਛਾਉਂਦੀ ਹੋਏ ਲਾ। ਇਹ ਬ੍ਰਾਹਮਣ ਇਹ ਪੰਡਤ ਮੈਨੂੰ ਢੇਡ ਕਹਿ ਕੇ ਸ਼ੂਦਰ ਕਹਿ ਕੇ ਮੰਦਰ ਚੋਂ ਬਾਹਰ ਕੱਢਤਾ ਤੇ ਭਗਤ ਆ ਮੈਂ ਤੇਰਾ ਕਹਾਉਣਾ ਤੇ ਲਾਜ ਤੈਨੂੰ ਵੀ ਲੱਗਦੀ ਆ। ਤੇਰੀ ਪੈਜ ਪਛਾਉਂਦੀ ਹੋਏ ਲਾ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਲੈ ਕਮਲੀ ਚਲਿਓ ਪਲਟਾਏ, ਆਪਣੀ ਚਾਦਰ ਚੱਕੀ ਮੋਢੇ ਤੇ ਸਿੱਟੀ ਤੇ ਮੰਦਰ ਦੇ ਮਗਰਲੇ ਪਾਸੇ ਜਾ ਬੈਠੇ ਤੇ ਇੱਦਾਂ ਤਾਨੇ ਮਾਰਨੇ ਸ਼ੁਰੂ ਕੀਤੇ ਪਰਮੇਸ਼ਰ ਨੂੰ। ਬਸ ਫੇਰ ਕੀ ਸੀਗਾ, ਪਰਮੇਸ਼ਰ ਨੇ ਭਗਤ ਦੀ ਅਰਦਾਸ ਸੁਣੀ। ਫੇਰ ਦੀਆ ਦੇਹੋਰਾ ਪੰਡੀਅਨ ਕੋ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਤੇ ਉਹ ਮੰਦਰ ਦਾ ਮੂੰਹ ਹੀ ਘੁਮਾ ਕੇ ਭਗਤ ਨਾਮ ਦਾ ਦੇਵ ਕੰਨੀ ਕਰ ਲਿਆ। ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇਸ ਕਰਕੇ ਭਗਤਾਂ ਨੇ ਸਾਨੂੰ ਗਾਈਡ ਕੀਤਾ ਸਹੀ ਢੰਗ ਨਾਲ। ਜਿਨ੍ਹਾਂ ਲੋਕਾਂ ਨੇ ਸਾਡਾ ਸ਼ੋਸ਼ਣ ਕੀਤਾ, ਸਵਾਰਥੀ ਲੋਕਾਂ ਨੇ, ਉਹਨਾਂ ਤੋਂ ਬਚਾਉਣ ਵਾਸਤੇ ਦੇਖੋ ਬਾਣੀ ਕੀ ਕਹਿੰਦੀ ਆ ਕਿ ਆਪਣੇ ਅੰਦਰ ਜਾਓ। ਪਰਮੇਸ਼ਰ ਸਭ ਦੇ ਅੰਦਰ ਹੈ, ਕਿਧਰੇ ਦੂਰ ਜਾਣ ਦੀ ਲੋੜ ਨਹੀਂ। ਜੀਵਤ ਪਾਵੋ ਮੋਖ ਦੁਆਰ, ਜਿਉਂਦੇ ਹੀ ਮੁਕਤ ਹੋਵੋਗੇ। ਅਨਭਉ ਸ਼ਬਦ ਤਤ ਨਿਜਸਾਰ, ਆਤਮਿਕ ਤੱਤ ਦੇ ਗਿਆਨ ਵਾਸਤੇ ਤੁਹਾਨੂੰ ਆਪਣੇ ਅੰਦਰ ਜਾਣ ਦੀ ਲੋੜ ਹੈ। ਅਨਭਉ, ਅਨੁਭਵ ਦੇ ਵਿੱਚੋਂ, ਜਿਸ ਨੂੰ 10ਵੇਂ ਪਾਤਸ਼ਾਹ ਜੀ ਨੇ ਕਿਹਾ ਅਨਭਉ ਪ੍ਰਕਾਸ਼। ਤੇ ਅਨਭਉ ਪ੍ਰਕਾਸ਼ ਕੀ ਆ? ਗਿਆਨ ਹੈ। ਰੋਟੀ ਪਕਾਉਣ ਦਾ ਗਿਆਨ, ਸਬਜ਼ੀ ਬਣਾਉਣ ਦਾ ਗਿਆਨ, ਇਹ ਤੁਹਾਡੇ ਅਨੁਭਵ ਦੇ ਵਿੱਚ ਤਾਂ ਹੈ। ਤੁਸੀਂ ਦਿਮਾਗ ਦੇ ਨਾਲ ਹੀ ਤਾਂ ਸਬਜ਼ੀ ਬਣਾਉਣੇ ਹੋ। ਇਹ ਗਿਆਨ ਤੁਸੀਂ ਆਪਣੇ ਵਿੱਚ ਪੈਦਾ ਕੀਤਾ, ਪ੍ਰਗਟ ਕੀਤਾ ਆਪਣੀ ਮਾਂ ਦੇ ਕੋਲੋਂ ਸਿੱਖ ਕੇ। ਕੋ ਸਤਨਾਮ ਸੀ, ਉਹ ਨਾਲੇ ਪਹਿਲਾਂ ਕਿਤੋਂ ਸਿੱਖਿਆ ਹੋਣਾ। ਇਸੇ ਤਰ੍ਹਾਂ ਹੀ ਇਹ ਜਿਹੜਾ ਬ੍ਰਹਮ ਗਿਆਨ ਆ ਉਹ ਮਨੁੱਖ ਦੇ ਅੰਦਰ ਹੈ। ਮਨੁੱਖ ਨੂੰ ਕਿਸੇ ਸਵਾਰਥੀ ਦੇ ਮਗਰ ਲਾ ਕੇ ਮੁਕਤੀ ਵਾਸਤੇ ਭੱਜਣ ਦੀ ਲੋੜ ਨਹੀਂ। ਜਿਉਂਦੇ ਹੀ ਮੁਕਤ ਹੋਵੋ, ਮਰਨ ਤੋਂ ਬਾਅਦ ਦੀ ਗੱਲ ਛੱਡੋ। ਕਬੀਰ ਸਾਹਿਬ ਜੀ ਕਹਿੰਦੇ ਜੀਵਤ ਪਾਵੋ ਮੋਖ ਦੁਆਰ। ਆਓ ਤੁਸੀਂ ਜਿਉਂਦੇ ਹੀ ਮੁਕਤ ਹੋਵੋ। ਅਨਭਉ ਸ਼ਬਦ ਤਤ ਨਿਜਸਾਰ। ਆਓ ਆਤਮਿਕ ਤੱਤ ਦੀ ਗੱਲ ਕਰੀਏ। ਮਹਾਰਾਜ ਕਿਵੇਂ ਜਾਣੀਏ ਇਸ ਚੀਜ਼ ਨੂੰ, ਇਸ ਚੀਜ਼ ਨੂੰ ਕਿਵੇਂ ਸਮਝੀਏ? ਤਾਂ ਅਗਲੀ ਫਿਰ ਪਹਿਲਾ ਪਦਾ, ਪਹਿਲੀ ਤਿੱਥ ਵਿੱਚ ਕਬੀਰ ਸਾਹਿਬ ਕਹਿੰਦੇ ਚਰਨ ਕਮਲ ਗੋਬਿੰਦ ਰੰਗ ਲਾਗਾ। ਜਦੋਂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇਗਾ, ਕਿਵੇਂ ਜੁੜੀਏ? ਸੰਤ ਪ੍ਰਸਾਦ ਭਏ ਮਨ ਨਿਰਮਲ। ਗੁਰੂ ਦੀ ਕਿਰਪਾ ਲੈ ਕੇ ਆਪਣੇ ਮਨ ਨੂੰ ਨਿਰਮਲ ਕਰਕੇ, ਪੰਜਾਂ ਵਿਕਾਰਾਂ ਤੋਂ ਨਿਰਮਲ ਕਰਕੇ, ਗੁਰੂ ਦੀ ਕਿਰਪਾ ਲੈ ਕੇ ਹਰ ਕੀਰਤਨ ਮੈਂ ਅਣਦਿਨ ਜਾਗਾ। ਹਰੀ ਦੇ ਜਸ ਕਰੋ। ਹੁਣ ਹਰੀ ਦਾ ਜਸ ਜਿਹੜਾ ਹੈ ਗੁਰੂ ਪਿਆਰਿਓ, ਉਹ ਹੈ ਉਹਦਾ ਚਿੰਤਨ ਕਰਨਾ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸ਼ੁਰੂਆਤ ਵਿੱਚ ਉੱਚੀ ਹੈ, ਹੌਲੀ ਹੌਲੀ ਇਹਨੂੰ ਬੰਦ ਕਰਦੇ ਕਰਦੇ ਫਿਰ ਆਪਣੇ ਅੰਦਰ ਚਲੇ ਜਾਓ। ਆਪਣੇ ਆਪੇ ਦੀ ਖੋਜ ਕਰੋ ਬੰਦੇ, ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾਹੇ। ਇਹ ਦੁਨੀਆ ਦੇ ਮੇਲੇ ਮਗਰ ਨਾ ਭੱਜ, ਤੂੰ ਆਪਣੇ ਆਪੇ ਦੀ ਖੋਜ ਕਰ, ਆਪਣੇ ਅੰਦਰ ਜਾ। ਪਹਿਲੀ ਤਿੱਥ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਦਾ ਕੰਮ ਹੈ ਰਹਾਓ। ਪਰਬਾ ਪ੍ਰੀਤਮ ਕਰੋ ਵਿਚਾਰ। ਉੱਠਣ ਸਾਰ ਸਾਨੂੰ ਗੁਰੂ ਸਾਹਿਬ ਦਾ ਵੀ ਹੁਕਮ ਹੈ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਏ। ਚੌਥੇ ਪਾਤਸ਼ਾਹ ਨੇ ਸਾਡਾ ਜਿਹੜਾ ਨਿਤਨੇਮ ਹੈ ਰੋਜ਼ਾਨਾ ਦਾ, ਇਹ ਬਣਾ ਕੇ ਸ਼ਬਦ ਵਿੱਚ ਰੱਖਿਆ। ਪਰਬਾ, ਪਰਬਾ ਦਾ ਅਰਥ ਹੈ ਪਹਿਲੀ। ਪਰਬਾ ਪੂਰਬਲਾ, ਇਹ ਪਹਿਲੀ ਤਿੱਥ ਨਾਲ ਜੁੜਿਆ ਹੋਇਆ ਸ਼ਬਦ ਹੈ, ਕਿਉਂਕਿ ਕਬੀਰ ਸਾਹਿਬ ਜੀ ਲਖਨਊ ਦੇ ਵਿੱਚ ਹਰਿਦੁਆਰ ਵੱਲ ਪੈਦਾ ਹੋਏ, ਉੱਥੋਂ ਦੀ ਬੋਲੀ ਆ ਉਹਨਾਂ ਦੇ ਬਚਨਾਂ ਵਿੱਚ। ਪਰਬਾ ਮਨੁੱਖ ਦਾ ਸਭ ਤੋਂ ਪਹਿਲਾ ਕੰਮ ਹੈ ਪਰਮੇਸ਼ਰ ਨਾਲ ਜੁੜਨਾ।
चाहे कोई वाहिगुरू जपदा है, चाहे कोई राम कहता है, चाहे कोई अल्लाह कहता है, ये सारे एक परमेश्वर के नाम है। मनुख का पहला काम है उठ के परमेश्वर नाल जुड़ना। घट मैं खेले घाटे अपार, ते दुनिया नूं फिर परमेश्वर के बारे जानकारी देने वास्ते कबीर साहब जी कहते कि ऐसा ना हो घर छड्ड के जंगलों में जा बैठो। घट मैं खेले घट अपार, जिहदा अपना कोई शरीर नहीं है। चक्कर चिहने अर वर्ण जाति अर पात नाहिर जेहे, कान सुने पहचान न तिनस्यो लिव लागी, मोरी पग इनस्यो। 10वें पातशाह के बचन। मैं ना गणेशा प्रथम मनाऊँ, किशन बिशन कबहू न ध्याऊँ। ना मैं गणेश नूं पहला शुरुआत विच मनावां जिवें हिंदू मत मनाउंदी है, मैं नहीं मनदा। गुरु गोबिंद सिंह जी कहंदे मेरी जिहड़ी है वो परमेश्वर शक्ति कुछ होर है, मैं दसदा वो किहड़ी आ। मैं ना गणेशा प्रथम मनाऊँ, किशन बिशन कबहू न ध्याऊँ। कान सुने पहचान न 300। वो की चीज़ है? वो है ज्ञान। किसी भी चीज़ का ज्ञान कंन नाल सुनते हैं आपां, ਉਹਦੇ शब्द होंदे है पर ਉਹਦੀ फोटो कोई नहीं बनती। ज्ञान दे नाल तुसीं इत्थे पहुँचे आपदे घरों चल के, ज्ञान दे नाल ही इत्थों चल के वापस घरे जाओगे। इस तरह ही वो ब्रह्म ज्ञान है जिहड़ा सानू परमेश्वर तक ले जाण वास्ते है। गुरु गोबिंद सिंह जी कहंदे कान सुने पहचान न 300, लिव लागी मोरी पग इनस्यों। मैं इहदे नाल जुड़िया होया। तां काहदे नाल जुड़े आपां? ज्ञान दे नाल, ब्रह्म ज्ञान दे नाल, शब्द दे ज्ञान दे नाल। कहो सतनाम। शब्दी ज्ञान ही साडे जीवन नूं वधिया बनाउंदा हैगा। जिस मनुख नूं ज्ञान नहीं, शब्द ना जाने से अन्ने बोले से कित आए संसारा। शब्द गुर पीरा गहर गंभीरा, बिन शब्दे जग बौरानंग। शब्द को चीन भाई, शब्द को खोज भाई, शब्द के चानने एक वस्त पाई। शब्द गुर पीरा गहर गंभीरा, किन्ना कुछ लिखिया। सिखो शब्द प्यारिओ जन्म मरण की टेक। ये शब्द ने तुहानूं जन्म दिता है ते मरण तो बाद उहदे विच मिलण वास्ते शब्द का ही आसरा लेना चाहिए। कहो सतनाम। सिखो शब्द प्यारिओ जन्म मरण की टेक, मुख उज्जवल सदा सुखी, नानक सिमरत एक। तां ते सानूं पातशाह ने किसी मूर्ति पूजा नाल नहीं जोड़िया, किसी होर कर्मकांड नाल नहीं जोड़िया, निरोल ज्ञान दे नाल जोड़िया। कहो सतनाम। निरोल ज्ञान दे नाल, होर कुछ नहीं करना। कान सुने पहचान न 300, चक्कर चिहने अर वर्ण जात। देखो ना मैं बोली जाना शब्दां नूं, पर इहदी किहड़ी फोटो बनदी आ। पर तुहाडे कंन राहीं तुहाडे काम जरूर सारूगा ये ज्ञान। कहो सतनाम श्री। चक्कर चिहने अर वर्ण जाति अर पात नहन जे, रूप रंग या रेख पेख कोऊ कहे न सकत कहे। अचल मूर्त ये ज्ञान सदा रहने वाला है। कणक बीजण दा ज्ञान साडे बजुर्गों तो लैके चलता आ रहा है कि वह ज्ञान खत्म हो गया। जिहड़ा ज्ञान बजुर्गों वेले सी कणक नूं बीजण दा, उही ज्ञान अज काम करूगा। ये थोड़ा भी साइंस ने तरक्की कर ली तो फर्श से बीज लूगी। कहो सतनाम श्री। उत्थे ही बीजना पऊ खेतां दे विच जिवें वो बीजदी आ रही है पिछों। इस करके गुरु प्यारिओ पातशाह जी कहते वो जिहड़ा ज्ञान है वो जांदा नहीं किते। अचल मूर्त मनुख के अंदर किसी वस्तु का ज्ञान है। मास्टरां कोले पढ़ाउण दा ज्ञान है, डॉक्टरां कोले डॉक्टरी का ज्ञान है, वर्कशापां वाले मिस्त्रियां कोले उहदा ज्ञान है। वो ज्ञान हुण गवाचेगा थोड़ा ही उन्हां कोलों। उन्हां दे कोलों अगे उन्हां दे बच्चियां भी चलिया जावेगा, बच्चियां तो अगे बच्चियां भी चलिया जावेगा। ये सदा रहने वाला है। सानू सतगुर ने उहदे नाल जोड़िया जो सदा रहने वाला है। सिखां ने पूछया महाराज तुसीं भाना वरताउण लगे हो, साडी बांह किहनूं फड़ाओगे? हुण नंदेड़ साहब दे विच धन गुरु गोबिंद सिंह महाराज जी कहंदे सिखो हुण मैं तुहानूं ऐसा गुरु दे के जावांगा जिहड़ा कदे भी नहीं जावेगा। कहो सतनाम श्री। वैसे तो सृष्टि साजन तो पहला भी यही गुरु है, पर उदों प्रगट नहीं सी। 10 गुरुआं ने अपने जीवन में प्रगट करके ते नंदेड़ साहब गुरता गद्दी दे के कह दिता आग्या पई अकाल की तवै चलायो पंथ, सब सिखन को हुक्म गुरु मानियो ग्रंथ। ते ग्रंथ साहब दे विचों ज्ञान गुरु है साडा। कहो सतनाम। ये गुरबाणी का ज्ञान ही साडा मार्गदर्शन करने वाला है। इस करके कबीर साहब जी कहते संत प्रसाद भय मन निर्मल हर कीर्तन में आंदन जागा। ये ज्ञान किवें प्रगट होवेगा? रहाओ परवा प्रीतम करो विचार। आम असी कह दिंदे आ जर जे कोई गल ना समझ आवे ते ना कोई दस्सण वाला दिसे ते कंध नूं पुछ लो।
ਹੁਣ ਕੰਧ ਕਿਹੜਾ ਬੋਲਦੀ ਹੈ, ਪਰ ਇਹਦੇ ਵਿੱਚ ਵੀ ਲੌਜਿਕ ਹੈ। ਜੇ ਤੁਸੀਂ ਕੰਧ ਕੰਨੀ ਮੂੰਹ ਕਰਕੇ ਖੜ ਗਏ ਤੇ ਤੁਹਾਡੇ ਅੰਦਰ ਫਿਰ ਜਿਹੜੇ ਆ ਖਿਆਲ ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਤੁਹਾਡੇ ਅੰਦਰੋਂ ਹੀ ਗਿਆਨ ਤੁਹਾਨੂੰ ਹੋ ਜਾਊਗਾ। ਕਿਸੇ ਕੰਮ ਨੂੰ ਯਾਦ ਕਰਨ ਵਾਸਤੇ ਸੋਚਦੇ ਹਾਂ ਨੇਤਰ ਬੰਦ ਕਰਕੇ, ਕੋਈ ਗੱਲ ਭੁੱਲ ਜਾਈਏ ਤੇ ਚੁੱਪ ਕਰਕੇ ਸੋਚਦੇ ਹਾਂ। ਇਸੇ ਤਰ੍ਹਾਂ ਹੀ ਸਿਆਣਿਆਂ ਨੇ ਕਿਹਾ ਹੈ, ਬੜੀ ਵੱਡੀ ਗੱਲ ਕਹੀ ਆ, ਬਈ ਨਹੀਂ ਕੋਈ ਦੇਖਦਾ ਤਾਂ ਕੰਧ ਨੂੰ ਪੁੱਛ ਲਓ, ਭਾਵ ਆਪਣੇ ਆਪ ਨੂੰ ਪੁੱਛ ਲਓ, ਅੰਦਰ ਚਲੇ ਜਾਓ, ਤੁਹਾਡੇ ਅੰਦਰੋਂ ਹੀ ਸਮਝ ਆ ਜੂਗੀ ਤੁਹਾਨੂੰ। ਕੋ ਸਤਨਾਮ ਸ੍ਰੀ ਪਰਵਾ ਪ੍ਰੀਤਮ ਕਰੋ ਵਿਚਾਰ, ਘਟ ਮੈਂ ਖੇਲੇ ਅਘਟ ਅਪਾਰ। ਜਿਸ ਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ, ਉਹ ਤੁਹਾਡੇ ਵਿੱਚ ਹੀ ਆ। ਐਵੇਂ ਨਾ ਲੋਕਾਂ ਦੇ ਮਗਰ ਲਾ ਕੇ, ਸਵਾਰਥੀਆਂ ਮਗਰ ਲਾ ਕੇ ਭਟਕਦੇ ਫਿਰੋ, ਆਪਣੇ ਅੰਦਰੋਂ ਖੋਜ ਕਰੋ। ਜਿਹਦਾ ਆਪਣਾ ਕੋਈ ਸਰੀਰ ਨਹੀਂ, ਉਹ ਤੁਹਾਡੇ ਸਰੀਰ ਦੇ ਵਿੱਚ ਬੈਠ ਕੇ ਤੁਹਾਨੂੰ ਚਲਾ ਰਿਹਾ। ਘਟ ਮੈਂ ਖੇਲੇ ਅਘਟ ਅਪਾਰ, ਕਾਲ ਕਲਪਨਾ ਕਦੇ ਨਾ ਖਾਏ। ਜੇ ਤੁਸੀਂ ਉਸ ਗਿਆਨ ਨੂੰ ਪ੍ਰਾਪਤ ਕਰ ਲਓਗੇ ਤੇ ਕਲਪਨਾ, ਭਰਮ ਭੁਲੇਖੇ, ਕਾਲ ਮਤਲਬ ਮੌਤ, ਭਾਵ ਤੁਸੀਂ ਇਹਨਾਂ ਚੋਂ ਨਿਕਲ ਜਾਓਗੇ, ਮੁਕਤ ਹੋ ਜਾਓਗੇ। ਕਾਲ ਕਲਪਨਾ, ਕਾਲ ਸਮੇਂ ਨੂੰ ਵੀ ਕਹਿੰਦੇ ਆ। ਕਾਲ ਕੇ ਬਣਾਏ ਸਭੈ ਕਾਲ ਹੀ ਚਬਾਏ ਹੈ। ਇੱਕ ਉਹ ਸਮਾਂ ਕਿ ਆਪਣਾ ਡੇਟ ਆਫ ਬਰਥ ਹੋ ਗਿਆ, ਇੱਕ ਉਹ ਸਮਾਂ ਮਰ ਗਿਆ। ਕੋ ਸਤਨਾਮ। ਕਾਲ ਕੇ ਬਣਾਏ ਸਭੈ ਕਾਲ ਹੀ ਚਬਾਏ ਆ। ਕਾਲ ਸਮੇਂ ਨੂੰ ਵੀ ਕਹਿੰਦੇ ਆ, ਕਾਲ ਮੌਤ ਨੂੰ ਵੀ ਕਹਿੰਦੇ ਆ। ਪਰ ਪਾਤਸ਼ਾਹ ਕਹਿੰਦੇ ਤੁਸੀਂ ਇਹ ਚੋਂ ਨਿਕਲ ਜਾਓਗੇ। ਕਾਲ ਕਲਪਨਾ ਕਦੇ ਨਾ ਖਾਏ, ਤੁਸੀਂ ਵਾਰ-ਵਾਰ ਜੰਮਣ ਮਰਨ ਚੋਂ ਨਿਕਲ ਜਾਓਗੇ। ਆਦਿ ਪੁਰਖ ਮੈਂ ਰਹੇ ਸਮਾਏ, ਪਰਮੇਸ਼ਰ ਵਿੱਚ ਮਿਲ ਜਾਓਗੇ। ਮਹਾਰਾਜ ਫਿਰ ਇਹ ਪਰਮੇਸ਼ਰ ਤੇ ਤਾਂ ਆਹ ਦੁਨੀਆ ਜਿਹੜੀ ਦਿਸਦੀ ਆ, ਲੋਕ ਇਹਨੂੰ ਵੀ ਰੱਬ ਕਹਿੰਦੇ ਆ, ਇੱਕ ਨਹੀਂ ਦਿਸਦਾ ਉਹਨੂੰ ਵੀ ਰੱਬ ਕਹਿੰਦੇ ਆ। ਆਪਾਂ ਦੋਨਾਂ ਦੇ ਨਾਲ ਵਿੱਚੋਂ ਕਿਹਦੇ ਨਾਲ ਜੁੜੀਏ? ਸਤਿਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਦੁਤੀਆ ਦੋਹ ਕਰ ਜਾਣੇ ਅੰਗ। ਪਰਮੇਸ਼ਰ ਦੇ ਵਾਕਿਆ ਹੀ ਦੋ ਰੂਪ ਹੈ। ਮਾਇਆ ਬ੍ਰਹਮ ਰਮੈ ਸਮ ਸੰਗ। ਮਾਇਆ ਤੇ ਬ੍ਰਹਮ ਇਕੱਠੇ ਰਹਿੰਦੇ ਆ। ਭਾਵ ਜੀ ਅੰਦਰ ਆਤਮਾ ਨਾ ਹੋਵੇ ਤੇ ਸਰੀਰ ਮਿੱਟੀ ਆ, ਤੇ ਸਰੀਰ ਤੋਂ ਬਗੈਰ ਜੇ ਇੱਥੇ ਆਵਾਜ਼ਾਂ ਆਉਣ ਲੱਗ ਜਾਣ ਤੇ ਆਪਾਂ ਡਰ ਕੇ ਭਾਜਾਂਗੇ, ਉਹ ਭੂਤ ਆ ਗਏ, ਭੂਤ ਆ ਗਏ। ਦੋਨੇ ਰਲ ਕੇ ਹੀ ਕੰਮ ਕਰਦੇ ਆ। ਕੋ ਸਤਨਾਮ ਸ੍ਰੀ। ਸਰੀਰ ਹੈ ਤੇ ਆਤਮਾ ਦੋਨੇ ਰਲ ਕੇ ਬੋਲਦੇ ਆ, ਕਿਉਂਕਿ ਆਤਮਾ ਨੂੰ ਬੋਲਣ ਵਾਸਤੇ ਸਰੀਰ ਦੀ ਲੋੜ ਹੈ ਤੇ ਸਰੀਰ ਤੋਂ ਬਗੈਰ ਸਾਨੂੰ ਸਮਝ ਨਹੀਂ ਆਉਂਦੀ। ਇਸੇ ਕਰਕੇ ਪਰਮੇਸ਼ਰ ਦੇ ਦੋ ਰੂਪ ਦੱਸੇ। ਪਰ ਆਪਾਂ ਜੁੜਨਾ ਕਿਹਦੇ ਨਾਲ ਹੈ, ਅੱਗੇ ਇਹ ਵੀ ਸੁਣ ਲਓ। ਮਾਇਆ ਬ੍ਰਹਮ ਰਮੈ ਸਭ ਸੰਗ। ਮਾਇਆ ਤੇ ਬ੍ਰਹਮ ਦੋਨੇ ਇਕੱਠੇ ਰਹਿੰਦੇ ਆ। ਹੁਣ ਇਹਦੇ ਵਿੱਚੋਂ ਵੀ ਗੱਲ ਕਲੀਅਰ ਕੀਤੀ ਕਬੀਰ ਸਾਹਿਬ ਜੀ ਨੇ। ਕਹਿੰਦੇ ਜੁੜੀਏ ਕਿਹਦੇ ਨਾਲ? ਮਾਇਆ ਨਾਲ। ਕਹਿੰਦੇ ਨਹੀਂ, ਆਪਾਂ ਜੁੜਨਾ ਉਹਦੇ ਨਾਲ ਜਿਹੜਾ ਵਾਧਾ ਘਟਦਾ ਨਹੀਂ। ਜਿਹੜਾ ਵਾਧਾ ਘਟਦਾ ਨਹੀਂ ਉਹ ਮਰਦਾ ਵੀ ਨਹੀਂਗਾ। ਜਿਹੜਾ ਸਰੀਰ ਸਾਡਾ ਕਿਸੇ ਵੇਲੇ ਬੱਚੇ ਸੀ ਆਪਾਂ ਨਿੱਕੇ ਜਿਹੇ, ਫਿਰ ਜਵਾਨ ਹੋਏ, ਫਿਰ ਬੁੱਢੇ ਹੋਏ, ਤੇ ਅਗਲੀ ਚੌਥੀ ਸਟੇਜ ਮੌਤ ਆ। ਇਹਦੇ ਨਾਲ ਨਹੀਂ ਆਪਾਂ ਜੁੜਨਾ, ਸਰੀਰ ਨਾਲ ਨਹੀਂ ਜੁੜਨਾ, ਆਪਾਂ ਉਹਦੇ ਨਾਲ ਜੁੜਨਾ ਜਿਹੜਾ ਵਾਧਾ ਘਟਦਾ ਨਹੀਂ। ਉਹ ਪਰਮੇਸ਼ਰ ਹੈ, ਉਹ ਸੂਖਮ ਹੈ, ਉਹ ਇੱਕ ਰੰਗ ਰਹਿੰਦਾ ਹੈ, ਇੱਕ ਰਸ ਰਹਿੰਦਾ ਹੈ। ਉਹ ਬ੍ਰਹਮ ਗਿਆਨ ਹੈ ਜਿਹੜਾ ਵਾਧਾ ਘਟਦਾ ਨਹੀਂ। ਅਸੀਂ ਉਹਦੇ ਨਾਲ ਜੁੜਨਾ ਹੈ। ਉਹ ਬ੍ਰਹਮ ਹੈ ਤੁਹਾਡੇ ਅੰਦਰ ਜੋ ਸਮਾਇਆ ਹੋਇਆ, ਜੋ ਇਹਨੂੰ ਚਲਾ ਰਿਹਾ ਹੈ। ਉਹ ਕੀੜੀ ਵਿੱਚ ਵੀ ਓਡਾ ਹੀ ਹੈ, ਹਾਥੀ ਵਿੱਚ ਵੀ ਓਡਾ ਹੀ ਹੈ। ਮਾਇਆ ਬ੍ਰਹਮ ਰਮੈ ਸਭ ਸੰਗ। ਨਾ ਉਹ ਵੜੈ ਨਾ ਘਟਦਾ ਜਾਏ। ਉਹ ਵਾਧਾ ਘਟਦਾ ਨਹੀਂ। ਅਕੁੱਲ, ਕੁੱਲ ਰਹਿਤ, ਜਿਹਦਾ ਮਾਂ ਪਿਓ ਕੋਈ ਨੀਗਾ, ਜਿਹਨੂੰ ਪੈਦਾ ਕਰਨ ਵਾਲਾ ਕੋਈ ਨਹੀਂ, ਜੋ ਆਪੇ ਪ੍ਰਗਟ ਹੋਇਆ। ਅਕੁੱਲ। ਪ੍ਰੀਤਮ ਜੀ ਕਹਿੰਦੇ ਅਕੁੱਲ ਨਿਰੰਜਨ। ਨਿਰੰਜਨ ਰੰਗ ਰੂਪ ਤੋਂ ਰਹਿਤ, ਕਾਲਸ ਤੋਂ ਰਹਿਤ, ਜਿਹਦਾ ਕੋਈ ਰੰਗ ਰੂਪ ਨਹੀਂ ਹੈ। ਸ਼ਬਦ ਮੈਂ ਬੋਲ ਰਿਹਾ ਪਰ ਇਹਨਾਂ ਦਾ ਕੋਈ ਰੂਪ ਨਹੀਂ ਬਣ ਰਿਹਾ। ਲੇਕਿਨ ਸ਼ਬਦ ਤੋਂ ਬਿਨਾਂ ਅਸੀਂ ਕੱਖ ਦੇ ਵੀ ਨਹੀਂ। ਤੁਸੀਂ ਕਿਸੇ ਦੁਕਾਨ 'ਤੇ ਜਾ ਕੇ ਖੜ੍ਹ ਜਾਓ, ਸੌਦਾ ਲੈਣ ਵਾਸਤੇ ਕੁਝ ਬੋਲਣਾ ਪਊਗਾ। ਕਹੋ ਸਤਨਾਮ ਸ੍ਰੀ। ਬੋਲੇ ਬਿਨਾਂ ਕੁਛ ਨਹੀਂ ਮਿਲਣਾ। ਇਸ ਕਰਕੇ ਸ਼ਬਦ ਹੀ ਜਿਹੜਾ ਹੈ ਉਹ ਪਰਮੇਸ਼ਰ ਦਾ ਦੂਸਰਾ ਰੂਪ ਹੈ। ਪ੍ਰੀਤਮ ਜੀ ਕਹਿੰਦੇ ਮਾਇਆ ਬ੍ਰਹਮ ਰਮੈ ਸਭ ਸੰਗ। ਨਾ ਉਹ ਵੜੈ ਨਾ ਘਟਦਾ ਜਾਏ। ਅਕੁੱਲ ਨਿਰੰਜਨ ਇੱਕ ਹੈ ਭਾਏ। ਆਪਾਂ ਉਹਦੇ ਨਾਲ ਜੁੜਨਾ ਹੈ। ਮਹਾਰਾਜ ਜੁੜੀਏ ਕਿਵੇਂ? ਕਿਉਂਕਿ ਸਵਾਲ 'ਚੋਂ ਪੈਦਾ ਹੋਇਆ ਫਿਰ ਸਵਾਲ, ਫਿਰ ਉਹਦਾ ਜਵਾਬ ਦਿੱਤਾ ਭਗਤਾਂ ਨੇ, ਫਿਰ ਅਗਲਾ ਸਵਾਲ ਪੈਦਾ ਹੋਇਆ। ਹੁਣ ਉਹਦੇ ਨਾਲ ਕਿਵੇਂ ਜੁੜ ਗਏ ਜਿਹੜਾ ਵਾਧਾ ਘਟਦਾ ਨਹੀਂ? ਤ੍ਰਿਤੀਆ ਤੀਨੇ ਸਮ ਕਰ ਲਿਆਵੇ। ਤਿੰਨਾਂ ਨੂੰ ਬਰਾਬਰ ਕਰ ਲਾ, ਤਿੰਨਾਂ ਨੂੰ ਬਰਾਬਰ ਮੰਨ। ਇੱਥੇ ਵੀ ਆਪਾਂ ਤਿੰਨ ਜਣੇ ਆ, ਇੱਕ ਸੰਗਤ, ਗੁਰੂ ਸਾਹਿਬ ਤੇ ਦਾਸ।
ਤਿੰਨਾਂ ਦੇ ਵਿੱਚ ਹੀ ਉਹ ਬੋਲਦਾ। ਕਹੋ ਸਤਨਾਮ। ਗੁਰਬਾਣੀ ਦੇ ਵਿੱਚ ਵੀ ਉਹ ਬੋਲਦਾ, ਸੰਗਤ ਵਿੱਚ ਵੀ ਉਹ ਹੈ, 10 ਵਿੱਚੋਂ ਵੀ ਬੋਲ ਰਿਹਾ ਹੈ, ਇੱਧਰੋਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ। ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਇੱਕ ਤਾਂ ਇਹ ਅਰਥ ਹੋ ਗਿਆ। ਦੂਸਰਾ ਅਰਥ ਸੁਣਨਾ, ਦੇਖਣਾ ਤੇ ਬੋਲਣਾ, ਇਹਨਾਂ ਤਿੰਨਾਂ ਨੂੰ ਇਕੱਠੇ ਕਰ ਲਾ। ਇਕੱਠੇ ਕਿਵੇਂ ਕਰਾਂਗੇ? ਮੂੰਹ ਦੇ ਨਾਲ ਵਾਹਿਗੁਰੂ ਕਹਾਂਗੇ, ਨੇਤਰ ਨਾਲ ਜਿੱਥੇ ਉਹ ਪੈਦਾ ਹੋ ਰਿਹਾ ਵਾਹਿਗੁਰੂ ਉੱਥੇ ਵੇਖਾਂਗੇ ਤੇ ਕੰਨਾਂ ਨਾਲ ਸੁਣਾਂਗੇ। ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਵਾਹਿਗੁਰੂ 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 ਵਾਹਿਗੁਰੂ। ਇਹਦੇ ਨਾਲ ਕੀ ਹੋਇਆ ਕਿ ਦਿਮਾਗ ਦੇ ਵਿੱਚ ਵਾਧੂ ਫੁਰਨੇ, ਵਾਧੂ ਕਲਪਨਾਵਾਂ ਆਉਣੀਆਂ ਬੰਦ ਹੋ ਗਈਆਂ, ਖਤਮ ਹੋ ਗਈਆਂ। ਇਉਂ ਚਿੰਤਨ ਸ਼ੁਰੂ ਹੋ ਗਿਆ, ਆਤਮਾ ਪਰਮਾਤਮਾ ਵੱਲ ਚੱਲ ਪਈ। ਜਿਹੜੀ ਵਿਛੜੀ ਹੋਈ ਹੈ ਜਨਮਾਂ ਜਨਮਾਂਤਰਾਂ ਤੋਂ, ਆਤਮਾ ਰੂਪੀ ਸੀਤਾ ਰਾਮ ਰੂਪੀ ਪਰਮੇਸ਼ਰ ਨਾਲ ਸ਼ਬਦ ਰੂਪੀ ਹਨੂਮਾਨ ਮਿਲਾਉਂਦਾ। ਕਹੋ ਸਤਨਾਮ। ਪਵਨ ਪੁੱਤਰ, ਪਵਨ ਗੁਰੂ, ਇਹ ਸ਼ਬਦ ਵੀ ਤਾਂ ਹਵਾ 'ਚੋਂ ਪੈਦਾ ਹੋਇਆ ਨਾ। ਇਸ ਕਰਕੇ ਖੈਰ ਸੰਸਾਰ ਦੀ ਉਹ ਕਹਾਣੀ ਸੀ, ਮੈਂ ਵੈਸੇ ਉਸ ਪਾਸੇ ਜਾਂਦਾ ਨਹੀਂ ਗਾ। ਤਾਂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਸ਼ਬਦ ਜਿਹੜਾ ਹੈ ਇਹੋ ਹੀ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦੇ ਗੁਰੂ ਪਿਆਰੋ ਸਮਰੱਥ ਹੈ। ਤਾਈਆਂ ਸਤਿਗੁਰਾਂ ਨੇ ਸ਼ਬਦ ਗੁਰੂ ਨਾਲ ਜੋੜਨਾ ਕੀਤਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਤੇ ਪਵਨ ਕਿੱਥੋਂ ਪੈਦਾ ਹੋਈ? ਅਕਾਲ ਪੁਰਖ ਤੋਂ ਦੂਜੀ ਸਟੇਜ ਤੇ ਗੁਰੂ ਪੈਦਾ ਹੋਇਆ। ਸਾਚੇ ਤੇ ਪਵਨਾ ਭਇਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਅਕਾਲ ਪੁਰਖ ਤੋਂ ਸ਼ਬਦ ਪੈਦਾ ਹੋਇਆ। ਜਦੋਂ ਬੈਠੇ ਬੈਠੇ ਅੰਦਰ ਫੁਰਨਾ ਬਣਿਆ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਗਗਨਾ ਹੁਕਮ ਪਾਰਾ, ਨਾ ਦਿਨ ਰਹਿ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਇਕੱਲਾ ਹੀ ਬੈਠਾ ਸੀ, ਫੁਰਨਾ ਬਣਿਆ। ਮੇਰੇ ਵਰਗੇ ਹੋਰ ਵੀ ਹੁਣ ਕਹਿੰਦਾ ਹੋ ਜਾ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਹੋ ਜਾ ਕਿਹਾ ਤੇ ਉਸ ਦੇ ਵਿੱਚੋਂ ਹਵਾ ਪੈਦਾ ਹੋਈ। ਹਵਾ ਠੰਡੀ ਹੋ ਕੇ ਪਾਣੀ ਬਣਿਆ। ਸਾਇੰਸ ਕਹਿੰਦੀ ਖੜਕਾ ਹੋਇਆ, ਦੂਜੇ ਧਰਮਾਂ ਵਾਲੇ ਕੋਈ ਕਹਿੰਦਾ ਲੋਗੋਸ ਹੋਇਆ, ਕੋਈ ਕਹਿੰਦਾ ਐਤ ਹੋਈ। ਗੁਰੂ ਪਾਤਸ਼ਾਹ ਕਹਿੰਦੇ ਸ਼ਬਦ ਹੋਇਆ। ਕਹੋ ਸਤਨਾਮ। ਉਹ ਸ਼ਬਦ ਪੈਦਾ ਹੋਇਆ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਆਪਾਂ ਪਾਣੀ ਤੋਂ ਬਣੇ ਆ ਸਾਰੇ, ਇਸ ਕਰਕੇ ਆਪਾਂ ਦਰਿਆ ਰੂਪ ਹਾਂ। ਪ੍ਰੀਤਮ ਜੀ ਕਹਿੰਦੇ ਹਨ, ਆਓ ਅੱਗੇ ਚੱਲੀਏ। ਤ੍ਰਿਤੀਆ ਤੀਨੇ ਸਮ ਕਰ ਲਿਆਵੇ, ਇਹਨਾਂ ਤਿੰਨਾਂ ਨੂੰ ਇਕੱਠੇ ਕਰੋ। ਆਨੰਦ ਮੂਲ ਪਰਮ ਪਦ ਪਾਵੇ, ਆਨੰਦ ਦਾ ਮੁੱਢ ਇੱਥੇ ਹੈ। ਵਾਹਿਗੁਰੂ 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 ਵਾਹਿਗੁਰੂ। ਇੱਥੇ ਆਨੰਦ ਦਾ ਘਰ ਹੈ। ਪਰਮ ਪਦਵੀ ਇੱਥੋਂ ਪ੍ਰਾਪਤ ਹੋਣੀ ਹੈ। ਪਰਮ ਪਦਵੀ ਦਾ ਮਤਲਬ ਹੈ ਸਭ ਤੋਂ ਵੱਡੀ ਪਰਮੇਸ਼ਰ ਵਿੱਚ ਮਿਲਾਪ, ਉਹ ਇੱਥੋਂ ਪ੍ਰਾਪਤ ਹੋਣਾ ਹੈ। ਸਾਧ ਸੰਗਤ ਉਪਜੈ ਵਿਸ਼ਵਾਸ ਸਿੱਖੋ। ਇਹ ਗੱਲ ਸੰਗਤ ਵੀ ਜਾ ਕੇ ਬਣਨੀ ਆ, ਸੰਗਤ ਵੀ ਜਾ ਕੇ ਬੈਠਿਆ ਕਰੋ, ਉੱਥੋਂ ਗਿਆਨ ਹੋਊਗਾ। ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ। ਫਿਰ ਤੁਹਾਨੂੰ ਹਰ ਥਾਂ 'ਤੇ ਉਹ ਦਿਖਾਈ ਦੇਵੇਗਾ। ਜਿਵੇਂ ਭਾਈ ਕਨ੍ਹਈਆ ਜੀ ਦੀ ਸਾਖੀ ਤੁਸੀਂ ਜਾਣਦੇ ਹੋ। ਕਹੋ ਸਤਨਾਮ ਸਿੰਘ। ਉਹਨਾਂ ਨੇ ਵੀ ਅੰਦਰੋਂ ਗਿਆਨ ਪ੍ਰਾਪਤ ਕੀਤਾ, ਫਿਰ ਦੁਨੀਆ ਵਿੱਚ ਉਹਨਾਂ ਨੂੰ ਹਰ ਥਾਂ 'ਤੇ ਗੁਰੂ ਦਿਖਾਈ ਦੇਣ ਲੱਗਿਆ। ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ। ਹੁਣ ਸੰਗਤ ਵਿੱਚ ਆ ਕੇ ਤੁਸੀਂ ਬਹਿ ਗਏ ਗੱਲ ਮੰਨ ਕੇ। ਹੁਣ ਬੈਠਣਾ ਕਿਵੇਂ ਆ? ਚੌਥੇ ਚੰਚਲ ਮਨ ਕੋ ਗਹੋ। ਹੁਣ ਮਨ ਤੁਹਾਡਾ ਫੁਰਨੇ ਬਣਾਊਗਾ ਬੈਠ ਕੇ। ਬਾਹਰੋਂ ਕੋਈ ਆਇਆ, ਅੱਜ ਬੜੇ ਸੋਹਣੇ ਕੱਪੜੇ ਪਾਏ ਆ ਇਹਨੇ, ਲੈ ਇਹਦੇ ਤਾਂ ਸੋਨੇ ਦਾ ਹਾਰ ਵੀ ਪਾਇਆ। ਇਹ ਚੰਚਲਤਾ ਸਾਡੇ ਮਨ ਦੀ ਫੁਰਨੇ ਬਣਾਉਣੇ। ਇੱਥੇ ਬੈਠ ਕੇ ਨੇਤਰ ਬੰਦ ਕਰਕੇ ਸ਼ਬਦ ਵਿੱਚ ਧਿਆਨ ਜੋੜ ਕੇ ਬੈਠ ਜਾਓ, ਚੰਚਲਤਾ ਨੂੰ ਰੋਕ ਕੇ। ਚੌਥੇ ਚੰਚਲ ਮਨ ਕੋ ਗਹੋ। ਤੇ ਇੱਕ ਤੁਹਾਡੇ ਇੱਥੇ ਬੈਠਿਆ, ਤੁਹਾਡਾ ਕੋਈ ਦੁਸ਼ਮਣ ਵੀ ਆ ਸਕਦਾ, ਤੁਹਾਡਾ ਮਿੱਤਰ ਵੀ ਆ ਸਕਦਾ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਇਸ ਕਰਕੇ ਕਾਮ ਕ੍ਰੋਧ ਸੰਗ ਕਬੂ ਨਾ ਬਹੋ। ਇੱਥੇ ਬੈਠ ਕੇ ਨਾ ਕੋਈ ਕਾਮਨਾਵਾਂ ਰੱਖੋ, ਨਾ ਕੋਈ ਗੁੱਸਾ ਰੱਖੋ, ਨਾ ਕ੍ਰੋਧ ਰੱਖੋ। ਇਹਨਾਂ ਵਿਕਾਰਾਂ ਨੂੰ ਘਰੇ ਛੱਡ ਕੇ ਆਓ। ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ। ਕਾਮ ਕ੍ਰੋਧ ਸੰਗ ਕਬੂ ਨਾ ਬਹੋ। ਜਲ ਥਲ ਮਾਹੇ ਆਪੇ ਆਪ। ਇੱਥੇ ਆਏ ਮਿਕਸ ਹੋ ਜਾਓ, ਜਿਵੇਂ ਪਾਣੀ ਵਿੱਚ ਪਾਣੀ ਮਿਕਸ ਹੋ ਜਾਂਦਾ। ਤੁਹਾਨੂੰ ਹਰ ਥਾਂ 'ਤੇ ਉਹ ਦਿਖਾਈ ਦੇਵੇ, ਐਸਾ ਰੂਪ ਧਾਰ ਕੇ ਬੈਠੋ। ਜਲ ਥਲ ਮਾਹੇ ਆਪੇ ਆਪ। ਤੇ ਇੱਥੇ ਬੈਠ ਕੇ ਕਰਨਾ ਕੀ ਹੈ? ਆਪੇ ਜਪੋ ਆਪਣਾ ਜਾਪ। ਵਾਹਿਗੁਰੂ 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 ਵਾਹਿਗੁਰੂ। ਇਹ ਕਿਹਦਾ ਜਾਪ ਜਪਦੇ ਹੋ? ਵਾਹਿਗੁਰੂ ਦਾ। ਤੁਸੀਂ ਵਾਹਿਗੁਰੂ ਨੂੰ ਹੋਰ ਸਮਝਿਆ ਹੋਇਆ, ਅਸਲ ਵਿੱਚ ਗੁਰੂ ਕਹਿੰਦਾ ਤੂੰ ਹੀ ਵਾਹਿਗੁਰੂ ਹੈ। ਕਹੋ ਸਤਨਾਮ ਸ੍ਰੀ। ਬੰਦੇ ਖੋਜ ਦਿਲ ਹਰ ਰੋਜ਼। ਆਪੇ ਜਪੋ ਆਪਣਾ ਜਾਪ। ਆਪਣੇ ਆਪੇ ਨਾਲ ਜੁੜ ਕੇ ਬੈਠੋ ਸੰਗਤ ਵਿੱਚ।
ਦੂਜੇ ਨਾਲ ਨਾ ਜੁੜੋ, ਕੋਈ ਆਵੇ ਕੋਈ ਜਾਵੇ, ਤੁਸੀਂ ਇਸ ਪਾਸੇ ਚੰਚਲਤਾ ਨਹੀਂ ਲੈ ਕੇ ਜਾਣੀ ਮਨ ਦੀ। ਚੌਥੇ ਚੰਚਲ ਮਨ ਕੋ ਗਹੋ, ਕਾਮ ਕ੍ਰੋਧ ਸੰਕਬੂ न बहो, जल थल माहे आपे आप, आपे जपो अपना जाप। पंच है पंजवीं तिथ राही कहते, पंच है पंच तत्त विस्तार। ये संसार जिहड़ा पंजा तत्तां दा बनिया होया पसारा है, ते बंदा दो थावां दी ज़्यादा जुड़िया होया है। कनक कामनी जुग व्यवहार, कनक संपत्ति सोना चांदी हीरे जवाहरात, कामनी इस्त्री। ये मनुख जिहड़ा है दो थावां ते फसिया होया, ये मन दो थावां ते जुड़िया होया। कनक कामनी जुग व्यवहार जो कहते हैं दोनों, इन्हां दोवां विच ही फसिया होया मनुख। कनक कामनी जुग व्यवहार कहते इन्हां चों उच्ची उठो, प्रेम सुधा रस पीवै कोए, प्रेम का रस पीओ। इत्थे बैठ के प्रेम करना आपां गुरु नाल संगत नाल, इत्थे विषय विकारां वल ध्यान नहीं जाना चाहिए। प्रेम सुधा रस, सुधा कहनी आ अमृत नूं, ते अमृत प्रेम चों पैदा होना है। साच कहो सुन लिहो सब है, जिन प्रेम कियो तिन ही प्रभ पायो। ते अमृत काहदे वास्ते छकाया सीगा? परमेश्वर नूं पाउण वास्ते, ते परमेश्वर पाया जाना प्रेम करके। अमृत छक लिया, प्रेम नहीं किया, फिर अमृत छकण दा की फायदा? कोई सतनाम। इस करके प्रेम सुधा, प्रेम रूपी अमृत, नानक अमृत एक है दूजा अमृत नाहे। केड़ा? नानक अमृत मनै माहे पाईए गुर प्रसाद। 10वें पातशाह ने फिर कह दिता कि प्रेम करना चाहिए। तो प्रेम का मतलब सृष्टि नाल है, मोह का मतलब खूह का डड्डू है, तो प्रेम का मतलब समुंदर का। कोई सतनाम कि समुंदर का तो खूह का डड्डू दोनों च कितना फर्क है। तो जिहड़ा प्रेम है वह आल वर्ल्ड दे नाल हो सकता है, मोह केवल अपने छोटे जे परिवार नाल हुंदा है। कोई सतनाम बच्चियां नाल हुंदा। प्रेम मोह नहीं कहा इत्थे, मोह नूं कट के उहदा प्रेम बनाउणा। प्रेम सुधा रस पीवै कोए, फिर की होवेगा महाराज? जरा मरण दुख फेर ना होए, तैनूं बुढ़ापा नहीं आवेगा, तैनूं मौत नहीं पवेगी, तेरा जमना मरना भी कटिया जावेगा। प्रेम की खेड है। तो गुरु इतिहास सारा पढ़ के देख लो, प्रेम की खेड विखाई गई है। तीजे पातशाह ने प्रेम दे विच ही 12 साल पानी ढो दिता। कोई सतनाम। तो फिर ओह गुरु अमरदास महाराज जेड़े किसी वेले नुगरा कह के उन्हां दा दोस्त चलिया गया सीगा, वो गुरु अनेकां नूं गुरु वाले बनाउण वाले काबिल हो गया। कोई सतनाम सी। जिस वेले उन्हां दा साथी उन्हां दोस्त मित्र कह के चलिया गया, ओए अमरदास तू हजे गुरु वाला नहीं बनया, नगुरा मैं तेरे कोल एक मिनट नहीं खड़दा हुण। ते तड़के नूं उन्हां नूं गुरु दी दस पै गई। फिर गुरु दे चरनां विच पहुंचे, प्रेम नाल 12 साल सेवा कीती, ते ओ गुरु अमरदास सृष्टि दे गुरु बन गए। कोई सतनाम सी। इस करके प्रेम पंच है, पंच तत्त विस्तार। ये सृष्टि पंजा तत्तां दी बनी आ। कन कामनी जुग व्यवहार, प्रेम सुधा रस पीवै कोए, जरा मन दुख फेर न होए। 60 मैं 10वीं तक पहुँचना, सिर्फ 4 शब्द बाकी आ। 60 6वीं तिथ की कहती आ। 60 खट चक्कर छहू दिसताए, साडा मन टिकदा नहीं। कबहू जीअरा ऊब चढ़त है, कबहू जाए प्याला, लोभी जीअरा थिर न रहत है, चारे कुंडा भाला। कोई छे दिशावां विच असीं भटक रहे हैं। कदे साडा मन हंकार विच, कदे हीन भावना विच, कदे मर गए होए, कदे मेरे वर्गा कोई नहीं हैगा। तरह तरह के फुरने मनुख के मन विच आउंदे आ, इह टिकदा नहीं गा। पातशाह कहने थिर कर बैसो हरजन प्यारे, सतगुर तुमरे काल सवारे। 6वीं तिथ विच कहंदे 60 खट चक्कर छहू दिसताए, 6 चक्करां विच भटकदा रहिंदा। फिर की करिए? पुछ गुरु नूं, बिन परचा नहीं थिरा रहा है। गुरु तो ज्ञान ले बिना नहीं टिकना इसने। कहो सतनाम श्री। बिन परचा परचना हुंदा हुण तुसीं परच गए, हुण तुसीं कथा च परच गए, हुण तुहाडा मन स्थिर हो गया। इत्थे जिथे भी परच गया, मोबाइलों में परच गया, उत्थे सुबह तो शाम तक लग्या रहिंदा है, आथन तक सोचता ही नहीं कुछ, हुण उत्थे परच गया। कहो सतनाम श्री। पर असी परचना है गुरु दे नाल, गुरबाणी दे नाल। इधर साडा मन परचेगा गुरु नूं पुछ के, जानकारी लैके, फिर पता लगू भी इधर स्वाद उदों भी ज़्यादा आ।
बिन परचै नहीं थिरा रहाए, दुबदा मेट खिमा गह रहो। गुरु नूं पुछ के दुबदा छड्ड के निमरता विच आके गुरु कोले बैठो। कर्म धर्म की सूल न सो। एवें कर्म कांडां विच भज्जण दी लोड़ नहीं है। कोई मुक्ति नहीं ते कोई बंधन नहीं जिहड़ा संसार तोड़ देवे। ये बंधन सानू पए हुए ना, ते सानू गुरु ही इन्हां बंधनां तो मुक्त कर सकदा, होर कोई नहीं तोड़न वाला। कर्म कांड पखंड वो सब तुहानू बंधन पाउण वास्ते है। कबीर साहब ने इस विषय ते बड़ियां गल्लां लिखियां। तां सिमरत शास्त्र कबीर साहब जी ने अपने वचन लिखिया, ਜਿਹੜੀ ਇਹ ਤੁਹਾਡੀ ਸਿਮਰਤੀ ਹੈ, ਇਹ ਸੰਗਲੀ ਹੈ, ਬੰਧਨ ਹੈ ਜੀਵਾਂ ਨੂੰ ਪਾਏ ਹੋਏ। ਤੁਸੀਂ ਕਰਮਕਾਂਡ ਬਣਾ ਕੇ ਨਾ ਸੰਸਾਰ ਦੇ ਲੋਕਾਂ ਨੂੰ ਬੰਧਨ ਪਾਏ ਹੋਏ ਹੈ, ਤੇ ਅਸੀਂ ਉਹਨਾਂ ਬੰਧਨਾਂ ਵਿੱਚ ਫਸੇ ਹੋਏ ਪੁੱਛਦੇ ਫਿਰਦੇ ਹਾਂ, ਬਾਬਾ ਜੀ ਆਹ ਕਿਵੇਂ ਸੁਰੂਗਾ, ਆਹ ਕਿਵੇਂ ਹਟੂਗਾ, ਆਹ ਕਿਵੇਂ ਨਿਕਲਾਂਗੇ। ਸਿਮਰਤ ਸ਼ਾਸਤਰ ਸਗਲੀ ਪਾਈ, ਜੇਵਰੀ ਲਹਿ ਆਈ। ਜੇਵਰੀ ਕਹਿੰਦੇ ਆ ਸੰਗਲੀ ਨੂੰ, ਇਹ ਕਹਿੰਦੇ ਜੇਵਰੀਆਂ ਇਹ ਸਾਡੀਆਂ ਸਾਨੂੰ ਪਾਈਆਂ ਹੋਈਆਂ ਬੇੜੀਆਂ, ਸਾਨੂੰ ਕਰਮਕਾਂਡਾਂ 'ਚ ਫਸਾਇਆ ਹੋਇਆ। ਅਸੀਂ ਨਿੱਕੀ ਨਿੱਕੀ ਗੱਲ ਜਾ ਕੇ ਉਹਨਾਂ ਨੂੰ ਪੁੱਛਦੇ ਹਾਂ, ਬਾਬਾ ਜੀ ਸਾਡਾ ਕੰਮ ਕਿਵੇਂ ਹੋਊਗਾ। ਪਾਤਸ਼ਾਹ ਕਹਿੰਦੇ ਆਪਦੀ ਅੰਦਰੋਂ ਪੁੱਛ ਲਾ, ਮੈਂ ਤੈਨੂੰ ਅੰਦਰੋਂ ਹੀ ਦੱਸ ਦੂੰਗਾ। ਕਹੋ ਸਤਨਾਮ ਸੀ ਆਪਦੇ ਅੰਦਰ ਚ। ਸੰਕਲ ਜੇਵਰੀ ਲਹਿ ਆਈ, ਇਹ ਸੰਗਲ ਹਨ, ਇਹ ਜੇਵਰੀਆਂ ਸਾਨੂੰ ਪਈਆਂ ਹੋਈਆਂ। ਤੇ ਪਾਤਸ਼ਾਹ ਕਹਿਣ ਲੱਗੇ ਤੂੰ ਆਪਣੇ ਅੰਦਰ ਜਾ, ਕਰਮ ਧਰਮ ਕੀ ਸੂਲ ਨਾ ਸਹੋ। ਐਵੇਂ ਨਾ ਕਰਮਕਾਂਡ ਪਖੰਡਾਂ ਵਿੱਚ ਫਸਦਾ ਫਿਰ। सत है सत कर बाचा जान, सतवीं तिथ कहती है गल सच्ची मन, आत्मा राम लेहो परवान। शुरुआत यही गल की सी ना आपां बई तू खुद परमेश्वर है। आ सतवीं तिथ च कहता जाके कहने तू खुद ही परमेश्वर है, तू काहनूं चक्करां च पिया रब नूं लभण वास्ते। तू खुद रब है, तू खुद रब बन। आत्मा राम लेहो परवान, छूटे संसा मिट जाए दुख, सुन सरोवर पावो सुख। सुन सरोवर की है? फुरनिया तो रहत होके अफुर अवस्था में जाके अपने विच समा जाना। अष्टमी अष्ट धात की काया, ये जिहड़ी साडा शरीर है ये अठां धातां दे है। पंज तत्त बना ते तिन्नां गुणां नाल चलदा, रजो तमो सतो। इन्हां अठां दे नाल ही चलदा। जदों रजो तमो सतो खत्म हो गए तो फिर इन्हें बह जाना। थिर कर बैसो हरजन प्यारे, वाजे पंज हत्थ घर सुभागे, कला जित कर धारिया। चौथा गुणा कला, रज तम सत कल तेरी छाया। चौथे गुण परम पद पाया। वो कला दे विच चलिया गया, फिर टिक जूगा, स्थिर हो जूगा, बैठ जूगा। तिन्ना गुणा दे नाल भजदा है। अष्टमी अष्ट धात की काया, तां मैं अकल महानिध राया। इन्हां अठां धातां दे शरीर विच वो परमेश्वर अकुल जिहड़ा कुल रहत है, महा बहुत वड्डा है, निधि राया खजानियां दा मालक है, वो इहदे विच ही रहिंदा है। कहो सतनाम। फिर जंगलां जाण दी की लोड़ पई सानूं? गोरखनाथ वर्गियां ने जंगलां नूं तोड़ दित्ते, लोग भटकणां विच पा दित्ते। खैर मनोवृत्तियां उत्थे रखीए। प्रीतम जी कहंदे तां मैं अकल महानिध राया, गुरगम ज्ञान बतावै भेद, उल्टा रहे अभंग अछेद। उल्टा रहना की आ? नेत्रां नूं नीवें करके अपने आपे नाल जुड़े रहना। कहो सतनाम सी। अभंग कदे खत्म नहीं होवेगा, अछेद कोई तेनों मार नहीं सकेगा। भाव तेरा जमना मरना भी खत्म हो जाएगा। उल्टा रहे अभंग अछेद, नौमी नवें द्वार को साध। नौवीं तिथ की कहंदी आ, इन्हां नौवें द्वारियां नूं कंट्रोल कर ला। अखां नाल माड़ा वेखना बंद कर दे, कन्नां नाल माड़ा सुनना बंद कर दे, जवान नाल माड़ा बोलना बंद कर दे। नौवीं तिथ जिहड़ी कल टप्पी अज दसवीं आ, कहंदे कि नौवीं सुधार लई, जे नौवीं नहीं सैट कीती फिर दसवीं की करूगी। कहो सतनाम सी। इस करके नौवीं की कहंदी आ, नौवें द्वारियां नूं सुधार। ये नेत्रो मेरे ओ हर तो मैं जो तरी हर बिना वरना देखो कोई। तीजे पातशाह जी ने आनंद साहब दे विच इन्हां सारे ही ज्ञान इंद्रियां नूं ज्ञान बख्शिश कीता। ये सानू ज्ञान बख्शिश कीता है ताकि इन्हां नूं सुधारे। नौवीं नवें द्वार को साध, ते साधना किवें आ? बहती मनसा राखो बांध। अखां कहंदियां मैनूं होर सोहना दिसे, कन्न कहंदे मैनूं कोई सुना रस वाली गल। निंदिया चुगली सुन के बड़ा खुश है, इत्थों भजदा चलीए यार। बाबा तो हटदा ही नहीं गा, उत्थे कोई गल्लां करी जांदे निंदिया चुगली दियां, उत्थे खड़ जाऊगा। इत्थे बैठना औखा है। तो इन्हां नौवें द्वारियां विचों जिहड़ी मन दी मनसा आशा तृष्णा भजदी है, अखां विच चंगा वेखण दी, कन्नां दे नाल निंदिया चुगली दे रस आदि सुणन दी, जीव दे नाल स्वाद लैण दी,
ਇਹ ਜਿਹੜੀ ਭਟਕਣਾ ਹੈ ਇਹਨੂੰ ਕੰਟਰੋਲ ਕਰ, ਰੋਕ ਇਸ ਨੂੰ। ਬਹਿਤੀ ਮਨਸਾ ਰਾਖੋ ਬਾਂਧ, ਲੋਭ ਮੋਹ ਸਾ ਬੀਸਰ ਜਾਹੋ। ਇਹਨਾਂ 'ਚ ਉੱਚੀ ਉੱਠੋ, ਜੁਗ ਜੁਗ ਜੀਵੋ ਅਮਰ ਫਲ ਖਾਹੋ। ਫੇਰ ਦਸਵੀਂ ਮਨਾਉਣ ਦਾ ਤੁਹਾਨੂੰ ਸਵਾਦ ਆਊਗਾ, ਆਨੰਦ ਆਊਗਾ। ਦਸਵੀਂ ਦਹਿ ਦਿਸ ਹੋਏ ਆਨੰਦ। ਫਿਰ ਆਪਾਂ ਆਨੰਦ ਦੇ ਘਰ ਵਿੱਚ ਜਾਵਾਂਗੇ। ਫਿਰ ਚਾਰ ਛਪੇਰੇ ਆਨੰਦ ਹੀ ਆਨੰਦ ਵਰਤ ਜਾਵੇਗਾ ਜਦੋਂ ਇਹ ਨੌਵੇਂ ਦੁਆਰੇ ਕੰਟਰੋਲ 'ਚ ਆ ਗਏ। ਕਹੋ ਸਤਨਾਮ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ ਆਪ ਦੀ ਖੋਜ ਕਰ, ਐਵੇਂ ਨਾ ਭਟਕਦਾ ਫਿਰ। ਦਸਵੀਂ ਦਹਿ ਦਿਸ ਹੋਏ ਆਨੰਦ, ਛੂਟੇ ਭਰਮ ਮਿਲੇ ਗੋਬਿੰਦ। ਪਰਮੇਸ਼ਰ ਮਿਲ ਗਿਆ ਤਾਂ ਆਨੰਦ ਬਣ ਗਿਆ। ਜੋਤ ਸਰੂਪੀ ਤਤ ਅਨੂਪ, ਉਹ ਤੂੰ ਆਪ ਹੀ ਆ। ਤੂੰ ਆਪਣੇ ਅੰਦਰੋਂ ਖੋਜ ਕਰ। ਜੋਤ ਸਰੂਪੀ ਤਤ ਅਨੂਪ, ਜੋਤ ਸਰੂਪੀ, ਜੋਤ ਅੱਖਾਂ ਦੇ ਵਿੱਚ ਹੈ ਤੇ ਸਰੂਪ ਸਾਡਾ ਚਿਹਰਾ ਹੈ। ਇਹਨੂੰ ਕਹਿੰਦੇ ਆ ਜੋਤੀ ਜੋਤ ਮਿਲਾਉਣਾ। ਇਹ ਤੱਤ ਇਹਦੇ ਵਿੱਚ ਹੀ ਆ, ਇੱਥੇ ਕਿ ਜਿਹੀ ਆ, ਦੂਰ ਨਹੀਂ ਜਾਣਾ। ਆਪਣੇ ਆਪੇ ਦਾ ਧਿਆਨ ਧਰਨਾ, ਕਿਸੇ ਹੋਰ ਦਾ ਨਹੀਂ ਧਰਨਾ, ਨਾ ਕਿਸੇ ਮੂਰਤੀ ਦਾ, ਨਾ ਪੂਜਾ ਦਾ, ਨਾ ਕੋਈ ਦੁਸ਼ਹਿਰੇ ਵਾਲੇ ਰਾਵਣ ਦਾ, ਨਾ ਕੋਈ ਹੋਰ ਕਿਸੇ ਦਾ ਧਿਆਨ ਨਹੀਂ ਧਰਨਾ। ਆਪਣੇ ਆਪ ਦਾ ਧਿਆਨ ਧਰਨਾ। ਕਹੋ ਸਤਨਾਮ। ਉਹ ਤਾਂ ਇੱਕ ਤਰ੍ਹਾਂ ਦੇ ਕਰਮਕਾਂਡ ਪਖੰਡ ਬਣ ਚੁੱਕੇ ਹਨ। ਸੰਸਾਰ ਜਿਹੜਾ ਭਟਕਣਾ ਵਿੱਚ ਪੈ ਚੁੱਕੇ ਆ। ਗੁਰੂ ਪਾਤਸ਼ਾਹ ਕਹਿੰਦੇ ਇਕੱਠਾ ਹੋ ਜਾ, ਤੂੰ ਜਿਹੜਾ ਖਿੰਡਿਆ ਹੋਇਆ ਇਹਨੂੰ ਇਕੱਠਾ ਕਰ ਲਾ ਸਾਰੇ ਨੂੰ। ਦਸਵੀਂ ਦਹਿ ਦਿਸ ਹੋਏ ਆਨੰਦ, ਜਦ ਤੂੰ ਆਪਣੇ ਆਪੇ ਨਾਲ ਜੁੜੇਗਾ। ਇੱਥੇ ਆਨੰਦ ਹੈ, ਇੱਥੇ ਗੋਬਿੰਦ ਹੈ, ਇੱਥੇ ਪਰਮੇਸ਼ਰ ਹੈ। ਛੂਟੈ ਭਰਮ ਮਿਲੇ ਗੋਬਿੰਦ, ਜੋਤ ਸਰੂਪੀ ਤਤ ਅਨੂਪ। ਅਮਲ ਨਾ ਮਲ ਨਾ ਸ਼ਾਹ ਨਹੀਂ ਧੂਪ, ਤੇਰਾ ਉਹ ਸਰੂਪ ਹੈ ਜਿਹਨੂੰ ਕੋਈ ਨਸ਼ਾ ਨਹੀਂ ਹੈ, ਜਿਹਨੂੰ ਕੋਈ ਮੈਲ ਨਹੀਂ ਹੈ, ਜਿਹਦੀ ਕੋਈ ਛਾਂ ਧੁੱਪ ਨਹੀਂ ਹੈ। ਇਹ ਸੀ ਅੱਜ ਦੀ ਦਸਵੀਂ ਤਿਥ ਤੱਕ ਵਿਚਾਰ। ਖੈਰ ਅੱਗੇ ਚਾਰ ਤਿਥਾਂ ਹੋਰ ਆ, ਉਹਨਾਂ ਦੇ ਰਾਹੀਂ ਜਿਵੇਂ ਜਿਵੇਂ ਜੀਵ ਆਪਣੇ ਨਾਲ ਜੁੜਦਾ ਜਾਂਦਾ ਹੈ। ਇਕਾਦਸ਼ੀ ਏਕ ਦਿਸ ਧਾਵੈ, ਇੱਕ ਨਾਲ ਜੁੜੇਗਾ ਤਾਂ ਜੋਨੀ ਸੰਕਟ ਬਹੁਰ ਨਾ ਆਵੇ, ਜਮਨਾ ਮਰਨਾ ਖਤਮ ਹੋ ਜਾਵੇਗਾ। ਸੀਤਲ ਨਿਰਮਲ ਭਇਆ ਸਰੀਰਾ, ਅੰਦਰ ਸ਼ਾਂਤੀ ਵਰਤ ਜੂ। ਦੂਰ ਬਤਾਵਤ ਪਾਇਆ ਨੀਰਾ, ਜੇ ਰੱਬ ਨੂੰ ਬਾਹਰੋਂ ਭਾਲਦੇ ਫਿਰਦੇ ਹੋ ਨੇੜਿਓਂ ਮਿਲ ਜੂਗਾ। ਕਾਹੇ ਰੇ ਬਨ ਖੋਜਣ ਜਾਹੀ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ। ਕਿੱਦਾਂ ਪੋਹ ਮੱਧ ਜੋ ਬਾਸ ਬਸਤਾ, ਜਿਵੇਂ ਫੁੱਲਾਂ 'ਚ ਖੁਸ਼ਬੂ ਹੁੰਦੀ ਆ, ਦਿਸਦੀ ਨਹੀਂ ਨਾ, ਪਰ ਖੁਸ਼ਬੂ ਦੱਸਦੀ ਹੈ ਕਿ ਇਹ ਗੁਲਾਬ ਹੈ, ਇਹ ਗੇਂਦਾ। ਕਹੋ ਸਤਨਾਮ ਸੀ। ਇਸੇ ਤਰ੍ਹਾਂ ਹੀ ਬਾਰ ਸਬਾਰ ਹੈ ਉਗਵੈ ਸੂਰ, ਫਿਰ ਤੈਨੂੰ ਇੰਨਾ ਗਿਆਨ ਹੋ ਜੂ ਜਿਵੇਂ 12 ਸੂਰਜ ਚੜ੍ਹੇ ਹੋਣ। ਦੇਖਿਆ ਅਹਨਿਸ ਬਾਜੇ ਅਣਹਾ ਤੂੰ, ਤੇਰੇ ਅੰਦਰ ਅਣਹਦ ਵਾਜੇ ਵੱਜ ਸਕਦੇ ਆ। ਦੇਖਿਆ ਤਿਹੋਂ ਲੋਕ ਕਾ ਪੀਓ, ਮੈਂ ਤਿੰਨਾਂ ਲੋਕਾਂ ਦਾ ਮਾਲਕ ਦੇਖ ਲਿਆ। ਅਚਰਜ ਭਇਆ ਮੈਂ ਹੈਰਾਨ ਹੋ ਗਿਆ, ਜੀਵ ਤੇ ਸੀਓ ਮੈਂ ਖੁਦ ਹੀ ਉਹ ਸੀ। ਕਹੋ ਸਤਨਾਮ ਸੀ। ਇਹ ਜੀਵ ਹੀ ਪਰਮਾਤਮਾ ਸੀਗਾ, ਮੈਨੂੰ ਪਤਾ ਲੱਗਿਆ ਤਿੰਨਾਂ ਲੋਕਾਂ ਦਾ ਮਾਲਕ ਇਹ ਖੁਦ ਹੈ। ਔਰ ਪਰਮੇਸ਼ਰ ਨੇ ਦੂਜਾ ਰੂਪ ਧਾਰ ਕੇ ਸਾਨੂੰ ਅਥਾਰਟੀ ਦਿੱਤੀ, ਬੰਦੇ ਇਸ ਸ੍ਰਿਸ਼ਟੀ ਮੈਂ ਤੇਰੀ ਸਿਕਦਾਰੀ, ਤੂੰ ਇੱਥੋਂ ਦਾ ਰਾਜਾ ਹੈ, ਅਵਰ ਜੋਨ ਤੇਰੀ ਪਨਿਹਾਰੀ। ਆਪਾਂ ਇੱਥੋਂ ਦੇ ਮਾਲਕ ਹਾਂ ਤੇ ਮਾਲਕ ਨੇ ਦੂਸਰਾ ਰੂਪ ਧਾਰ ਕੇ ਸਾਨੂੰ ਭੇਜਿਆ। ਕਹੋ ਸਤਨਾਮ ਸੀ। ਤੂੰ ਇੱਥੋਂ ਦਾ ਮਾਲਕ ਹੈ। ਤੇ ਆਖਰੀ ਪੰਕਤੀਆਂ ਵਿੱਚ ਬਾਬਾ ਜੀ ਕਹਿੰਦੇ, ਦੇਖਿਆ ਤਿਹੋਂ ਲੋਕ ਕਾ ਪੀਓ, ਅਚਰਜ ਭਇਆ ਜੀਵ ਤੇ ਸੀਓ। ਤੇਰਸ ਤੇਰਾ ਅਗਮ ਬਖਾਣ, 13ਵੀਂ ਤਿਥ ਕਹਿੰਦੀ ਹਰ ਥਾਂ ਤੇ ਗ੍ਰੰਥਾਂ ਦੇ ਵਿੱਚ ਇਹੀ ਕੁਝ ਲਿਖਿਆ ਹੈ। ਅਰਧ ਉਰਧ ਵੀ ਸਮ ਪਹਿਚਾਣ, ਧਰਤੀ ਤੋਂ ਆਕਾਸ਼ ਤੱਕ ਇੱਕੋ ਹੀ ਜੋਤ ਸਮਾਈ ਹੋਈ ਹੈ। ਸਾਰੀ ਸ੍ਰਿਸ਼ਟੀ ਵਿੱਚੋਂ ਸਮਾਇਆ ਹੋਇਆ ਹੈ। ਨੀਚ ਊਚ ਨਹੀਂ ਮਾਨ ਅਮਾਨ। ਉਹਦੇ ਵਾਸਤੇ ਰਵਿਦਾਸ ਵੀ ਭਗਤ ਹੈ, ਉਹਦੇ ਵਾਸਤੇ ਜੈਦੇਵ ਵੀ ਭਗਤ ਹੈ, ਉਹਦੇ ਵਾਸਤੇ ਕੋਈ ਜਾਤ ਪਾਤ ਨਹੀਂ। ਇਹ ਜਾਤਾਂ ਪਾਤ ਹੈ ਇੱਥੇ ਸਵਾਰਥੀ ਲੋਕਾਂ ਨੇ ਬਣਾਈਆਂ। ਕੋਈ ਸਤਨਾਮ ਆਪਦੇ ਸਵਾਰਥ ਸੈੱਟ ਕਰਨ ਵਾਸਤੇ ਬਣਾਈਆਂ। ਜਾਤਾਂ ਪਾਤਾਂ ਤੋਂ ਪਰੇ ਆ ਪਰਮੇਸ਼ਰ, ਉਹਦੇ ਵਾਸਤੇ ਊਚ ਨੀਚ ਕੋਈ ਨਹੀਂ। ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਨ ਸਮਾਨ। 14 ਲੋਕ ਮਝਾਰ, 14 ਲੋਕਾਂ ਦੇ ਵਿੱਚ ਰੋਮ ਰੋਮ ਮੈਂ ਵਸੇ ਮੁਰਾਰ। ਤੇਰੇ ਪੈਰ ਤੋਂ ਲੈ ਕੇ ਸਿਰ ਤੱਕ ਹਰ ਥਾਂ ਦੇ ਵਿੱਚ ਉਹਦਾ ਵਾਸਾ ਹੈ। ਇੱਕ ਰੋਮ ਵੀ ਪੱਟੋ ਤੇ ਪੀੜ ਲੱਗਦੀ ਹੈ ਤਾਂ ਮਤਲਬ ਪਤਾ ਲੱਗਦਾ ਵੀ ਉੱਥੇ ਕੋਈ ਹੈ ਦੱਸਣ ਵਾਲਾ। ਕੋਈ ਸਤਨਾਮ। 14 ਲੋਕ ਮਝਾਰ, ਰੋਮ ਰੋਮ ਮੈਂ ਵਸੈ ਮਨਾਰ। ਆਓ ਸਤ ਸੰਤੋਖ ਕਾ ਧਰੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਕਬੀਰ ਸਾਹਿਬ ਜੀ ਕਹਿੰਦੇ ਮੈਂ ਤੁਹਾਨੂੰ ਕੋਈ ਤਿੱਥਾਂ ਵਾਰਾਂ ਦੀ ਗੱਲ ਨਹੀਂ ਸੁਣਾਈ, ਮੈਂ ਤੁਹਾਨੂੰ ਬ੍ਰਹਮ ਗਿਆਨ ਦੀ ਗੱਲ ਸੁਣਾਈ ਆ। ਕਹੋ ਸਤਨਾਮ। ਕਥਨੀ ਕਥੀਐ ਬ੍ਰਹਮ ਗਿਆਨ। 15ਵੀਂ ਤਿੱਥ ਵਿੱਚ ਜਾਂਦਿਆਂ ਭਾਵ ਇੰਨਾ ਗਿਆਨ ਪ੍ਰਾਪਤ ਕਰਦਿਆਂ ਇੱਕ ਦਿਨ ਇਹ ਜੀਵਨ ਪਰਮੇਸ਼ਰ ਦਾ ਰੂਪ ਹੋ ਗਿਆ। ਜਿਵੇਂ ਚੰਦਰਮਾ
पतला जिहा सीगा एको वेले चलदा चलदा पूर्णमासी ते पूरा गोल हो गया। इस तरह ये जीव भी पूरा होके अखीर पुण्य पूरा चंद आकाश पसरा कला सहज प्रगास। जिमें जिमें सहज अवस्था में बैठूगा अंदर ज्ञान दियाँ कलावां वधदियां जाणगियां, ज्ञान हुंदा जावेगा, आद अंत मध होए रहा थीर अखीर परमेश्वर विच मिल जावेगा। जिहड़ा आदि जुगादी परमेश्वर उहदे विच स्थिर हो जावेगा। सुख सागर में रमे कबीर, इयों कबीर सुखां दे सागर परमेश्वर विच मिल गया है। अब तो जाए चढ़े सिंहासन मिले है सारिंग पानी, कहे राम कबीर दो एक भय है कोई न सके पछाणी। हुण कोई ये नहीं कह सकता भी आह कबीर है तो आह राम है, दोने एक हो गए। ये सी अज दे इन्हां तिथां वारां दे उत्ते विचार। कबीर साहब जी की बख्शिश की हुई बोलदे अनेकां अखर बाध घाट हो जाते। सिख संगतां दे सतगुरु बख्शण योग है, बख्श लैना जी। समाप्ति करिए। बुलाओ फतेह पाओ फतेह। वाहिगुरु जी का खालसा वाहिगुरु जी की फतेह। वाह